सतनाम श्री वाहिगुरु साहिब जी। तनासरी महला पंजवा। जय जय पेखो तह हजूर, दूर कतहो ना जाई। रव रहया सरबत्तर मैं, मन सदा ध्याई। जय जय पेखो तह हजूर, दूर कतहो ना जाई। रव रहया सरबत्तर मैं, मन सदा ध्याई। ईद ऊद नहीं बिछुड़ा, सो संगी गणिया। बिनस जाए जो निमख मह, सो अल्प सुख भनिया। रहाओ प्रतपालै अप्याओ दे, कछ ऊन ना होई। सास सास संभालता, मेरा प्रभ सोई। अछल अछेद अपार प्रभ, ऊंचा जाका रूप। जप जप करह आनंद जन, अचरज अनूप। सामत देहो दयाल प्रभ, जित तुम्हें अराधा। नानक मंगै दान प्रभ, रेन पग साधा। सामत देहो दयाल प्रभ, जित तुम्हें अराधा। नानक मंगै दान प्रभ, रेन पग साधा। वाहिगुरु जी का खालसा, वाहिगुरु जी की फतेह। वाहिगुरु जी का खालसा, वाहिगुरु जी की फतेह। धन धन साहिब श्री गुरु नानक देव जी महाराज, धन धन बेबे नानकी जी, धन धन साहिब श्री गुरु गोबिंद सिंह साहिब जी महाराज, धन धन साहिब श्री गुरु ग्रंथ साहिब जी महाराज जी की महान बख्शिश कृपालता का सदका बहुत ही सत्कारयोग स्वर्गवासी बीबी बलवंत कौर जी और संत बाबा करतार सिंह जी ठट्टे टिब्बे वाले, उन्होंने महापुरखों के उद्यम और संगतां के सहयोग द्वारा बेबे नानकी जी की यादगार में मुख रखदियां होइयां बेबे नानकी इस्त्री सत्संघर इस पवित्र स्थान की कुछ समय पहला स्थापना पंजां प्यारियां द्वारा की गई सी और बीबी जी नूं सतगुरां की किरपा दे नाल सेवा का जिन्ना समा मिलिया, अफ्रीका चों आके उन्होंने इंग्लैंड के अंदर बेबे नानकी जी की याद विच गुरुद्वारा साहिब की स्थापना करके कथा कीर्तन
ਔਰ ਸੰਗਤ ਪੰਗਤ ਦੀ ਮਰਜ਼ਾਦਾ ਆਰੰਭ ਕਰਦਿਆਂ ਹੋਇਆਂ ਨਾਲ ਨਾਲ ਬੇਅੰਤ ਸੰਗਤਾਂ ਨੂੰ ਪੰਜਾਂ ਪਿਆਰਿਆਂ ਦੁਆਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਾਜ਼ਰੀ 'ਚ ਖੰਡੇ ਵਾਟੇ ਦਾ ਅੰਮ੍ਰਿਤ ਛਕਾ ਕੇ ਇੰਗਲੈਂਡ ਨਿਵਾਸੀ ਬੇਅੰਤ ਸੰਗਤਾਂ ਨੂੰ ਗੁਰੂ ਚਰਨਾਂ ਦੇ ਨਾਲ ਜੋੜਿਆ, ਗੁਰੂ ਵਾਲੇ ਬਣਾਇਆ। ਉਹਨਾਂ ਨੇ ਆਪਣੇ ਸੰਕਲਪ ਨੂੰ ਇੱਥੇ ਤੱਕ ਹੀ ਸੀਮਿਤ ਨਹੀਂ ਰੱਖਿਆ। ਉਹਨਾਂ ਦੇ ਅੰਦਰ ਬੜਾ ਉਤਸ਼ਾਹ ਸੀ, ਬੜੀ ਲਗਨ ਸੀ, ਬੜਾ ਉਦਮ ਔਰ ਪੁਰਸ਼ਾਰਥ ਸੀ। ਉੱਥੇ ਵੀ ਬੀਬੀਆਂ ਦਾ ਕੀਰਤਨੀ ਜਥਾ ਕਾਇਮ ਕੀਤਾ, ਆਪ ਵੀ ਕੀਰਤਨ ਕਰਦੇ ਸਨ ਔਰ ਸੁਖਮਨੀ ਸਾਹਿਬ ਦੇ ਪਾਠ ਘਰਾਂ ਵਿੱਚ ਸਹਿਜ ਪਾਠ, ਅਖੰਡ ਜਾਪ ਬੇਅੰਤ ਉੱਥੇ ਵੀ ਕਰਦੇ ਕਰਾਉਂਦੇ ਰਹੇ। ਔਰ ਉਹਨਾਂ ਦੀ ਦਾਨ ਬਿਰਤੀ ਵੀ ਬੜੀ ਸੀ ਔਰ ਜਿੱਥੇ ਕਿਤੇ ਵੀ ਲੋੜ ਪਈ ਉੱਥੇ ਬੇਅੰਤ ਡੋਨੇਸ਼ਨਾਂ ਇਕੱਠੀਆਂ ਕਰਕੇ ਸੇਵਾ ਨਿਭਾਉਂਦੇ ਰਹੇ। ਫਿਰ ਉਹਨਾਂ ਦੇ ਮਨ 'ਚ ਬੜਾ ਦ੍ਰਿੜ ਸੰਕਲਪ ਸੀ ਕਿ ਸੁਲਤਾਨਪੁਰ ਲੋਧੀ ਦੀ ਪਵਿੱਤਰ ਧਰਤੀ ਦੇ ਅੰਦਰ ਜਿੱਥੇ ਬੇਬੇ ਨਾਨਕੀ ਜੀ ਭਾਈਆ ਜੈ ਰਾਮ ਜੀ ਦੇ ਨਾਲ ਉਹਨਾਂ ਦਾ ਸੰਯੋਗ ਹੋਇਆ ਔਰ ਬੇਬੇ ਜੀ ਦੇ ਪਿਆਰ ਦੁਆਰਾ ਹੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਇਸ ਨਗਰ 'ਚ ਆਏ, ਚਰਨ ਪਾਏ ਔਰ ਮੋਦੀ ਖਾਨੇ ਦੀ ਕਿਰਤ ਕੀਤੀ। ਬੇਬੇ ਜੀ ਦੇ ਉਦਮ ਦੁਆਰਾ ਹੀ ਗੁਰੂ ਸਾਹਿਬ ਦੀ ਮੰਗਣੀ ਦੀ ਰਸਮ ਹੋਈ, ਵਿਆਹ ਸ਼ਾਦੀ ਦਾ ਸਮਾਗਮ ਹੋਇਆ। ਬੇਬੇ ਜੀ ਦੀ ਮੰਗ ਦੁਆਰਾ ਹੀ ਗੁਰੂ ਮਹਾਰਾਜ ਦੇ ਘਰ ਵਿੱਚ ਦੋ ਸਾਹਿਬਜ਼ਾਦੇ ਬਾਬਾ ਸ੍ਰੀ ਚੰਦ ਲక్ష్ਮੀ ਦਾਸ ਜੀ ਦਾ ਅਵਤਰਨ ਹੋਇਆ ਔਰ ਬੇਬੇ ਜੀ ਮਹਾਰਾਜ ਜੀ ਤੋਂ ਉਮਰ ਵਿੱਚ 5 ਸਾਲ ਵੱਡੇ ਸੀ। ਸਤਿਗੁਰੂ ਜੀ ਦਾ ਅਵਤਾਰ 1526 ਵਿਕਰਮੀ ਸੰਮਤ ਦਾ ਹੈ, ਬੇਬੇ ਜੀ ਦਾ 1521 ਦਾ ਹੈ। ਅਤੇ ਬੇਬੇ ਜੀ ਨੇ ਬਾਲ ਅਵਸਥਾ 'ਚ ਵੀ ਜੋ ਭੈਣਾਂ ਵੱਲੋਂ ਵੀਰਾਂ ਦੇ ਨਾਲ ਪਿਆਰ ਹੁੰਦਾ ਉਸ ਆਨੰਦ ਨੂੰ ਵੀ ਮਾਣਿਆ ਔਰ ਬਾਲ ਲੀਲਾ ਦੇ ਚੋਜ ਵੀ ਦੇਖੇ ਹੋਏ ਸੀ। ਉਹਨਾਂ ਨੇ ਭਾਵੇਂ ਉਹਨਾਂ ਦਾ ਸੰਸਾਰਕ ਭੈਣ ਭਰਾ ਦਾ ਸੰਬੰਧ ਸੀ ਪਰ ਮਹਾਰਾਜ ਨੇ ਉਹਨਾਂ ਨੂੰ ਗਿਆਨ ਵਿਵੇਕ ਦੇ ਨੇਤਰ ਦਿੱਤੇ ਸੀ, ਜਿਹਦੇ ਕਾਰਨ ਉਹਨਾਂ ਨੇ ਗੁਰੂ ਸਾਹਿਬ ਨੂੰ ਦੁਨਿਆਵੀ ਰਿਸ਼ਤੇ ਨਾਲ ਨਹੀਂ, ਗੁਰੂ ਮਹਾਰਾਜ ਨੂੰ ਨਿਰੰਕਾਰ ਦਾ ਸਰੂਪ ਜਾਣ ਕੇ ਆਪਣੀ ਸ਼ਰਧਾ ਭਾਵਨਾ ਰਾਏ ਭੋਏ ਦੀ ਤਲਵੰਡੀ ਵਿੱਚ ਵੀ ਬਣਾਈ ਰੱਖੀ। ਅਤੇ ਜਦੋਂ ਇੱਥੇ ਸੁਲਤਾਨਪੁਰ ਲੋਧੀ ਆਏ ਉਹੀ ਭਾਵਨਾ ਉਹਨਾਂ ਦੀ ਸੱਚਖੰਡ ਜਾਣ ਤੱਕ ਕਾਇਮ ਰਹੀ ਔਰ ਉਹਨਾਂ ਦੀ ਭਾਵਨਾ ਦੁਆਰਾ ਹੀ ਭਾਈਆ ਜੈ ਰਾਮ ਜੀ ਦੇ ਅੰਦਰ ਐਸਾ ਪਿਆਰ ਬਣਿਆ ਰਿਹਾ ਔਰ ਬੇਬੇ ਜੀ ਦੇ ਉਦਮ ਪੁਰਸ਼ਾਰਥ ਦੁਆਰਾ ਹੀ ਸਤਿਗੁਰੂ ਜੀ ਨੇ ਇਸ ਧਰਤੀ ਦੇ ਵਿੱਚ ਬੇਅੰਤ ਕੌਤਕ ਕੀਤੇ। ਸੱਚਖੰਡ ਜਾਣਾ, ਗੁਰੂ ਗ੍ਰੰਥ ਸਾਹਿਬ ਦੀ ਆਰੰਭਤਾ, ਮੂਲ ਮੰਤਰ ਦਾ ਉਚਾਰਨ, ਮਰਦਾਨਾ ਜੀ ਨੂੰ ਰਾਗ ਰਬਾਬ ਦੀ ਦਾਤ ਬਖਸ਼ਣੀ, ਭਾਈ ਬਾਲਾ ਜੀ ਨੇ ਹੱਟ ਸਾਹਿਬ ਨਾਲ ਸਹਿਯੋਗੀ ਬਣ ਕੇ ਸੇਵਾ ਨਿਭਾਉਣੀ ਔਰ ਸੱਚ ਦੀ ਨਵਾਜ਼ ਪੜ੍ਹਨ ਬਾਰੇ ਦੱਸਣਾ ਔਰ ਬੇਨੀ ਇਸ਼ਨਾਨ ਦੇ ਬਹਾਨੇ ਸੱਚਖੰਡ ਜਾਣਾ, ਮੂਲ ਮੰਤਰ ਦੀ ਦਾਤ ਬਖਸ਼ਣੀ ਔਰ ਇੱਥੋਂ ਹੀ ਮਹਾਰਾਜ ਜੀ ਨੇ ਧਰਮ ਦੀ ਇੱਕ ਵਾਧੇ ਵਾਲੀ ਸਾਰੀ ਪ੍ਰਕਿਰਿਆ ਸਿੱਧ ਕਰਨੀ ਔਰ ਇੱਥੋਂ ਹੀ ਫਿਰ ਪ੍ਰਕਾਸ਼ ਵਸਤਰ ਧਾਰਨ ਕਰਕੇ ਗੁਰਦੁਆਰਾ ਸੰਤ ਘਾਟ ਸੰਤਾਂ ਦੇ ਬਾਣੇ ਵਿੱਚ ਚੜ੍ਹਿਆ ਸੋਧਣ ਤੱਕ ਲਕਾਰੀ 4 ਅਰਦਾਸੀਆਂ ਕੀਤੀਆਂ ਔਰ ਬੇਬੇ ਜੀ ਦੀ ਮੰਗ ਇਹ ਹੀ ਰਹੀ ਕਿ ਪਾਤਸ਼ਾਹ ਜਦੋਂ ਮੈਂ ਚੇਤੇ ਕਰਾਂ ਉਦੋਂ ਹੀ ਆਪ ਜੀ ਨੇ ਮੈਨੂੰ ਦਰਸ਼ਨ ਦਿਦਾਰ ਬਖਸ਼ਣੇ ਔਰ ਬੇਅੰਤ ਸਾਖੀਆਂ ਜੋ ਬੇਬੇ ਜੀ ਦੇ ਨਾਲ ਸੰਬੰਧਿਤ ਇੱਕ ਬਹੁਤ ਵੱਡਾ ਇਤਿਹਾਸ ਹੈ।
ਨਾਨਕ ਪ੍ਰਕਾਸ਼ ਭਾਈਵਾਲੇ ਦੀ ਜਨਮ ਸਾਖੀ ਦੇ ਅੰਦਰ ਸੋ ਬੇਬੇ ਜੀ ਨੇ ਆਪਣੀ ਜਿਹੜੀ ਪ੍ਰੀਤੀ ਸੀ ਓੜਕ ਤੱਕ ਨਿਭਾਈ। ਜਦੋਂ ਮਹਾਰਾਜ ਸੱਚੇ ਪਾਤਸ਼ਾਹ ਦਾਸੀਆਂ ਲਈ ਗਏ ਉਦੋਂ ਵੀ ਜਗਤ ਮਾਤਾ ਸੁਲੱਖਣੀ ਜੀ, ਬਾਬਾ ਸ੍ਰੀ ਚੰਦ ਜੀ, ਬਾਬਾ ਲక్ష్ਮੀ ਦਾਸ ਜੀ, ਉਹਨਾਂ ਦਾ ਪਾਲਣ ਪੋਸ਼ਣ ਦੇਖ ਰਹੇ ਉਹ ਬੇਬੇ ਜੀ ਦੇ ਸੁਪੁਰਦ ਰਿਹਾ। ਭਾਵ ਬੇਬੇ ਜੀ ਦਾ ਜਿਹੜਾ ਯੋਗਦਾਨ ਆ ਉਹ ਜਿੰਨਾ ਵੀ ਕਹਿ ਦਈਏ ਉਹ ਬੇਅੰਤ ਹੈ, ਸਾਰਾ ਕਿਹਾ ਨਹੀਂ ਜਾ ਸਕਦਾ। ਅਤੇ ਬੀਬੀ ਬਲਵੰਤ ਕੌਰ ਜੀ ਦੇ ਮਨ ਦੇ ਅੰਦਰ ਲਗਨ ਸੀ, ਪਿਆਰ ਸੀ, ਸ਼ਰਧਾ ਸੀ। ਉਹਨਾਂ ਦੀ ਸ਼ਰਧਾ ਅੱਜ ਮੂਰਤੀਮਾਨ ਆ। ਇਹ ਸਥਾਨ ਨਿਸ਼ਾਨ ਝੁੱਲ ਰਹੇ ਹੈ। ਲੰਗਰ ਦੀਵਾਨ ਔਰ ਗੁਰੂ ਦੀ ਕਿਰਪਾ ਨਾਲ ਕਥਾ ਕੀਰਤਨ ਪਾਠਾਂ ਦੀਆਂ ਲੜੀਆਂ, ਦੇਸਾਂ ਪ੍ਰਦੇਸਾਂ ਦੀਆਂ ਸੰਗਤਾਂ ਕਿੰਨਾ ਪਿਆਰ ਉਤਸ਼ਾਹ ਸਹਿਯੋਗ ਦੇ ਰਹੀਆਂ। ਅੱਗੇ ਤਾਂ ਬੇਅੰਤ ਸੰਗਤ ਆਉਂਦੀ ਸੀ। ਕੱਲ੍ਹ ਨਗਰ ਕੀਰਤਨ ਅਸੀਂ ਆਪ ਨੇ ਆਨੰਦ ਮਾਣਿਆ। ਕਰੋਨੇ ਦੀ ਬਿਮਾਰੀ ਦੇ ਕਾਰਨ ਇਹ ਬਹੁਤ ਸਾਰੀਆਂ ਜਿਹੜੀਆਂ ਸੰਗਤਾਂ ਉਹ ਐਸਾ ਫੈਸੀ ਪਿਆ ਬਾਹਰੋਂ ਸਾਰੀਆਂ ਨਹੀਂ ਆ ਸਕੀਆਂ, ਪਰ ਫਿਰ ਵੀ ਉਹਨਾਂ ਨੇ ਆਪਣੀਆਂ ਸ਼ਰਧਾ ਦਾ ਪ੍ਰਗਟਾਵਾ ਕਰਦਿਆਂ ਹੋਇਆਂ ਸੇਵਾਵਾਂ ਭੇਜੀਆਂ, ਪਾਠ ਕਰਾਏ ਹੈ। ਸ਼ਹਿਰ ਇਲਾਕੇ ਦੀਆਂ ਸੰਗਤਾਂ ਵੀ ਅਤੇ ਸਰਦਾਰ ਗੁਰਦਿਆਲ ਸਿੰਘ ਜੀ ਜੋ ਇਸ ਸਥਾਨ ਦੀ ਬਤੌਰ ਮੈਨੇਜਰ ਸਾਹਿਬ ਸੇਵਾ ਨਿਭਾ ਰਹੇ, ਇੱਥੇ ਦੇ ਰਾਗੀ ਸਿੰਘ, ਗ੍ਰੰਥੀ ਸਿੰਘ ਔਰ ਪ੍ਰਬੰਧਕ ਜਿਹੜੇ ਸੇਵਾਦਾਰ ਹੈ ਸਾਰੇ ਸਹਿਯੋਗ ਦੇ ਰਹੇ ਹੈ। ਅਤੇ ਗੁਰੂ ਮਹਾਰਾਜ ਦੀ ਕਿਰਪਾ ਨਾਲ ਅਤੇ ਸਰਦਾਰ ਗੁਰਦਿਆਲ ਸਿੰਘ ਜੀ ਜਦੋਂ ਬੇਬੇ ਜੀ ਸਰੀਰ ਕਰਕੇ ਹਾਜ਼ਰ ਸੀ, ਇਹਨਾਂ ਦੇ ਭੈਣ ਇਹਨਾਂ ਦੋਵਾਂ ਨੇ ਬਹੁਤ ਹੀ ਲਗਨ ਦੇ ਨਾਲ ਬਚਪਨ ਤੋਂ ਹੀ ਬੀਬੀ ਜੀ ਦੇ ਨਾਲ ਸੰਗਤ ਨਾਲ ਜੁੜੇ ਔਰ ਪੂਰਨ ਤੌਰ 'ਤੇ ਸ਼ਰਧਾ ਭਗਤੀ ਦੇ ਨਾਲ ਸੇਵਾ ਨਿਭਾਉਂਦੇ ਰਹੇ। ਕਿ ਮਹਾਰਾਜ ਨੇ ਇਹਨਾਂ ਦਾ ਨਜ਼ਰ ਫਿਰ ਇੰਗਲੈਂਡ ਦਾ ਬਣਾ ਦਿੱਤਾ ਅਤੇ ਸਾਰਾ ਪਰਿਵਾਰ ਉੱਧਰ ਚਲੇ ਗਿਆ। ਉਹ ਫਿਰ ਵੀ ਇਹਨਾਂ ਦੇ ਅੰਦਰ ਜਿਹੜੀ ਭਾਵਨਾ ਸੀ, ਕਿਉਂਕਿ ਹੱਥੀਂ ਸੇਵਾ ਕੀਤੀਆਂ ਹੋਣ ਅਤੇ ਉਸ ਸਥਾਨ ਦੇ ਨਾਲ ਪਿਆਰ ਵੀ ਪੈ ਜਾਂਦਾ। ਜਿਵੇਂ ਹੁਣ ਪੰਛੀ ਆ, 4 ਕਿੱਲੇ ਹੁੰਦੇ ਆਲਣੇ, ਕਿੰਨਾ ਉੱਡ ਕੇ ਦੂਰ ਚਲੇ ਜਾਂਦਾ ਅਤੇ ਮੁੜ ਕੇ ਫਿਰ ਉਹ ਆਪਣੇ ਬੋਟ ਆਲਣੇ ਨੂੰ ਆਉਂਦਾ, ਪੂਰਾ ਉੱਥੇ ਪ੍ਰੇਮ ਪੈ ਜਾਂਦਾ। ਇਹਨਾਂ ਨੂੰ ਹੁਣ ਬਚਪਨ 'ਚ ਅਸੀਂ ਤਾਂ ਦੇਖਦੇ ਰਹੇ ਕਿ ਬੜੀ ਲਗਨ ਨਾਲ ਸੇਵਾ ਹਰ ਤਰ੍ਹਾਂ ਭੱਜ ਨੱਠ ਕੇ ਕਰਦੇ ਰਹੇ। ਉਹ ਜਿਹੜੀ ਭਾਵਨਾ ਸੀ, ਭਾਵੇਂ ਹੁਣ ਸਰੀਰ ਉਮਰ ਦਾ ਵੀ ਤਕਾਜ਼ਾ ਹੋ ਜਾਂਦਾ ਔਰ ਫਿਰ ਕਈ ਸਰੀਰ ਵਿੱਚ ਸਮੇਂ ਦੇ ਨਾਲ ਆਦੀਆਂ ਵਿਆਧੀਆਂ ਵੀ ਆ ਜਾਂਦੀਆਂ, ਪਰ ਫਿਰ ਵੀ ਉਹ ਜਿਹੜਾ ਮਨ ਦੇ ਵਿੱਚ ਇਹਨਾਂ ਦੇ ਭਾਵਨਾ ਔਰ ਦ੍ਰਿੜ ਵਿਸ਼ਵਾਸ ਸਥਾਨ ਦੇ ਨਾਲ ਦੇਸ਼ ਪ੍ਰਦੇਸ਼ ਸੰਗਤ ਨਾਲ ਇਹਨਾਂ ਦਾ ਪਿਆਰ ਬੜਾ ਗੂੜਾ ਔਰ ਦ੍ਰਿੜ ਪੱਕਾ ਬਣਿਆ ਹੋਇਆ। ਇਹ ਸੰਗਤ ਨੇ ਇਹਨਾਂ ਨਾਲ ਪਿਆਰ ਕਰਦਿਆਂ ਇਹਨਾਂ ਨੂੰ ਦੁਬਾਰਾ ਭੇਜ ਕੇ ਚਲਿਆ। ਅਤੇ ਨਹੀਂ ਤਾਂ ਪਰਿਵਾਰ ਦਾ ਮੋਹ ਛੱਡ ਕੇ ਪ੍ਰਦੇਸ਼ ਤੋਂ ਰਹਿਣਾ ਔਖਾ ਬੜਾ ਹੁੰਦਾ। ਪਰ ਉਹ ਜਿਹੜੀ ਸਥਾਨ ਦੇ ਨਾਲ ਇਹਨਾਂ ਦੀ ਭਾਵਨਾ ਬੀਬੀ ਜੀ ਦੇ ਨਾਲ ਜੁੜੀ ਹੋਈ ਹੈ, ਉਸ ਭਾਵਨਾ ਦੇ ਦੁਆਰਾ ਮਾਤਰ ਬੜੀ ਦ੍ਰਿੜਤਾ ਔਰ ਲਗਨ ਦੇ ਨਾਲ ਸੇਵਾ ਨਿਭਾ ਰਹੇ। ਸੋ ਗੁਰੂ ਮਹਾਰਾਜ ਦੀ ਆਪਣੀ ਹੀ ਕਿਰਪਾ ਹੁੰਦੀ ਹੈ, ਬੰਦੇ ਦੀ ਚਿਤਰਾਈ ਨਹੀਂ। ਜਿੱਥੋਂ ਮਹਾਰਾਜ ਨੇ ਸੇਵਾ ਲੈਣੀ ਹੈ ਉਹ ਵਿਧੀ ਬਹਾਨਾ ਮਹਾਰਾਜ ਆਪੇ ਹੀ ਬਣਾ ਦਿੰਦੇ, ਆਪੇ ਹੀ ਕਿਰਪਾ ਕਰ ਦਿੰਦੇ। ਸੋ ਆਓ, ਪਾਠਾਂ ਦੇ ਭੋਗ ਪਏ ਆ। ਗ੍ਰੰਥੀ ਸਿੰਘਾਂ ਦਾ ਵੀ ਭਾਈ ਧੰਨਵਾਦ ਆ ਅਤੇ ਰਾਗੀ ਸਿੰਘਾਂ ਦਾ, ਜਿਨ੍ਹਾਂ ਨੇ ਹਮੇਸ਼ਾ ਹੀ ਰੋਜ਼ਾਨਾ ਵੀ ਕੀਰਤਨ ਦੀ ਸੇਵਾ ਨਿਭਾਉਂਦੇ ਆ ਔਰ ਨਾਲ ਨਾਲ ਬੱਚਿਆਂ ਨੂੰ ਮੈਨੇਜਰ ਸਾਹਿਬ ਦੇ ਉਦਮ ਨਾਲ ਕੀਰਤਨ ਦੀ ਸਿਖਲਾਈ ਵੀ ਕਰਾਉਂਦੇ ਆ। ਫਿਰ ਆ ਜਿਹੜੀਆਂ ਬੀਬੀਆਂ, ਇਹਨਾਂ ਵਾਸਤੇ ਸਿਲਾਈ ਸੈਂਟਰ ਵਗੈਰਾ ਵੀ ਖੋਲ੍ਹਿਆ ਹੋਇਆ ਔਰ ਨਾਲ ਨਾਲ ਬੀਬੀ ਜੀ ਦੀ ਯਾਦ ਸਕੂਲ ਵੀ ਚੱਲ ਰਿਹਾ। ਅਤੇ ਸ਼੍ਰੀ ਅਨੰਦਪੁਰ ਸਾਹਿਬ ਇੱਥੇ ਬੇਬੇ ਨਾਨਕੀ ਜੀ ਦੀ ਯਾਦ ਵਿੱਚ ਇੱਥੇ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਤਿਕਾਰਯੋਗ
ਮਾਤਾ ਨਾਨਕੀ ਜੀ ਦੀ ਯਾਦ ਵਿੱਚ ਹੌਸਪੀਟਲ ਚੱਲ ਰਿਹਾ, ਉੱਥੇ ਵੀ ਬੇਅੰਤ ਜਿਹੜੇ ਦੁਖੀ ਲੋਕ ਆ ਉਹ ਇਸ ਸੇਵਾ ਦਾ ਲਾਭ ਲੈ ਰਹੇ ਆ, ਕਿਉਂਕਿ ਬੀਬੀ ਜੀ ਨੇ ਇਹ ਬੂਟੇ ਲਾਏ ਆ ਅਤੇ ਮਹਾਰਾਜ ਦੀ ਕਿਰਪਾ ਦੇ ਨਾਲ, ਸੰਗਤ ਦੇ ਸਹਿਯੋਗ ਨਾਲ ਇਹ ਸਾਰੇ ਪ੍ਰਫੁੱਲਤ ਹੈ। ਚੜ੍ਹਦੀ ਕਲਾ ਦੇ ਨਾਲ ਇਹ ਸੰਸਥਾਵਾਂ ਜਿਹੜੀਆਂ ਇਹ ਚੱਲ ਚਲਾ ਰਹੀਆਂ, ਅਤੇ ਗੁਰੂ ਮਹਾਰਾਜ ਇਸ ਤਰ੍ਹਾਂ ਕਿਰਪਾ ਕਰਨ। ਅਤੇ ਗਿਆਨੀ ਜੋਗਾ ਸਿੰਘ ਜੀ ਪਹਿਲਾਂ ਇਹਨਾਂ ਨੇ ਬੇਰ ਸਾਹਿਬ ਦੇ ਕੋਲ ਹੈੱਡ ਗ੍ਰੰਥੀ ਸਾਹਿਬ ਦੀ ਸੇਵਾ ਨਿਭਾਈ ਹੈ। ਮੈਨੇਜਰ ਸਾਹਿਬ ਨਾਲ ਇਹਨਾਂ ਦਾ ਪਿਆਰ ਸੀ, ਉਹਨੇ ਮੁੜ ਕੇ ਇਹਨਾਂ ਨੂੰ ਰਿਟਾਇਰਮੈਂਟ ਤੋਂ ਬਾਅਦ ਇੱਥੇ ਸੇਵਾ ਦੇ ਦਿੱਤੀ ਹੈ। ਇੱਥੇ ਸਾਰੇ ਗ੍ਰੰਥੀਆਂ ਦਾ ਸਹਿਯੋਗ ਲੈ ਕੇ ਮੈਨੇਜਰ ਸਾਹਿਬ ਸੰਗਤ ਦਾ ਅਤੇ ਸੇਵਾ ਨਿਭਾਉਂਦੇ ਆ। ਸੋ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨ। ਪਾਠਾਂ ਦੀ ਭੋਗ ਦੀ ਅਰਦਾਸ ਵੀ ਗਿਆਨੀ ਜੀ ਨੇ ਕੀਤੀ ਹੈ, ਅਤੇ ਹੁਣ ਸ਼੍ਰੀ ਮੁੱਖ ਵਾਕ ਵੀ ਲਿਆ। ਬਾਕੀ ਜਿਹਨਾਂ ਦੇ ਪਾਠ ਉਹ ਇਹ ਨਾ ਸਮਝਣ ਕਿ ਸਾਡੇ ਪਾਠਾਂ ਦੇ ਹੁਕਮਨਾਮੇ ਨਹੀਂ ਲਏ, ਸਾਰਿਆਂ ਦੇ ਹੁਕਮਨਾਮੇ ਲਏ ਹੈ, ਨੋਟ ਕੀਤੇ ਹੈ ਅੰਗ ਵੀ। ਉਹ ਮੈਨੇਜਰ ਸਾਹਿਬ ਜਿਨ੍ਹਾਂ ਦੇ ਪਾਠ ਹੋਏ ਹੈ ਉਹਨਾਂ ਨੂੰ ਹੁਕਮਨਾਮੇ ਵੀ ਬਖਸ਼ੇ ਜਾਣਗੇ। ਸੁਣਾਓ ਜੋ ਮੁੱਖ ਵਾਕ ਗਿਆਨੀ ਜੀ ਨੇ ਆਪ ਜੀ ਨੂੰ ਸਰਵਣ ਕਰਾਇਆ। ਗੁਰੂ ਮਹਾਰਾਜ ਨੇ ਬੜੀ ਪ੍ਰਸੰਨਤਾ ਕਿਰਪਾ ਬਖਸ਼ਿਸ਼ ਕੀਤੀ ਹੈ। ਮੌਸਮ ਵੀ ਠੀਕ ਰਿਹਾ, ਅਤੇ ਹੁਣ ਵਿਸਾਖੀ ਦਾ ਗੁਰਪੁਰਬ ਵੀ ਥੋੜ੍ਹੇ ਦਿਨਾਂ ਨੂੰ ਆ ਰਿਹਾ, ਅਤੇ ਮੈਨੇਜਰ ਸਾਹਿਬ ਉਦਮ ਕਰਕੇ ਫਾਰਮ ਹਾਊਸ 'ਤੇ ਜੋ ਗੁਰੂ ਮਹਾਰਾਜ ਨੇ ਪਰੰਪਰਾ ਚਲਾਈ ਹੈ, ਪ੍ਰਥਮ ਰਹਿ ਜੇ ਜਾਣ ਖੰਡੇ ਕੀ ਪੌਰ ਲੈ ਸੋਈ ਸਿੰਘ ਸਜਾਨ ਅਵਰ ਨ ਕੋਹਲ ਜੋੜ। ਖੰਡੇ ਵਾਟੇ ਦੀ ਜਿਹੜੀ ਪੌਰ ਅੰਮ੍ਰਿਤ ਆ ਉਹ ਹਰ ਮਹੀਨੇ ਮੈਨੇਜਰ ਸਾਹਿਬ ਉਦਮ ਕਰਕੇ ਟਕਸਾਲ ਦੇ ਆਪਣੇ ਸੇਵਾਦਾਰ ਹੁੰਦੇ ਆ, ਬੜੀ ਪਿਆਰ ਲਗਨ ਨਾਲ ਨਿਭਾਉਂਦੇ ਆ। ਅਤੇ ਗੁਰੂ ਮਹਾਰਾਜ ਦੇ ਸਥਾਨ 'ਤੇ ਗੁਰ ਇਤਿਹਾਸ ਦੀ ਕਥਾ ਸਵੇਰੇ ਆਸਾ ਵਾਰ ਦਾ ਕੀਰਤਨ ਸ਼ਾਮ ਨੂੰ ਵੀ, ਅਤੇ ਬਾਕੀ ਸੁਖਮਨੀ ਸਾਹਿਬ ਦੇ ਪਾਠ ਅੱਗੇ ਪਿੱਛੇ ਪਾਠਾਂ ਲੜੀਆਂ। ਬਹੁਤਾ ਕਹਿਣ ਵਾਲੀ ਗੱਲ ਨਹੀਂ, ਜਿਵੇਂ ਬੀਬੀ ਬਲਵੰਤ ਕੌਰ ਜੀ ਚਲਾ ਗਏ ਸੀ ਨਾ, ਉਸੇ ਤਰ੍ਹਾਂ ਹੀ ਇਹ ਸਾਰਾ ਬੜੀ ਚੜ੍ਹਦਾ ਕਲਾ ਦੇ ਵਿੱਚ ਚੱਲ ਰਿਹਾ। ਲੰਗਰ ਦਾ ਵੀ ਸਦਾ ਵਰਤ 24 ਘੰਟੇ ਹੈ, ਸ਼ਬਦ ਦਾ ਸਦਾ ਵਰਤ ਵੀ ਹੈਗਾ। ਸੋ ਆਓ ਹੁਣ ਕੁਝ ਸਮੇਂ ਲਈ ਬਾਣੀ ਦੀ ਵਿਚਾਰ ਸੁਣੀਏ। ਤੋ ਫਿਰ ਪੰਡਾਲ ਵਿੱਚ ਦੀਵਾਨ ਜਿਹੜੇ ਸਜਾਏ ਜਾਣੇ 3-4 ਦਿਨਾਂ ਤੋਂ ਆਪ ਸਾਰੇ ਲਾਭ ਲੈ ਰਹੇ ਹਾਂ। ਬਾਕੀ ਮਹਾਰਾਜ ਜੀ ਇਹ ਬਹੁਤ ਵੱਡੀ ਕਿਰਪਾ ਹੈ, ਜਿੰਨੀ ਕਹੀਏ ਬਿਆਨ ਤੋਂ ਹੀ ਬਿਆਨ 'ਤੇ। ਪਰ ਇੱਕ ਗੱਲ ਹੈ ਕਿ ਬੀਬੀ ਬਲਵੰਤ ਕੌਰ ਜੀ ਦਾ ਸਰੀਰ ਕਰਕੇ ਜਿਹੜਾ ਵਿਛੋੜਾ ਉਹ ਸਾਰੀਆਂ ਸੰਗਤਾਂ ਨੂੰ ਜ਼ਰੂਰ ਅਨੁਭਵ ਹੁੰਦਾ, ਕਿਉਂਕਿ ਮਹਾਂਪੁਰਖਾਂ ਦੇ ਵਿੱਚ ਬਹਿਣ ਦਾ ਬੜਾ ਰਸ ਹੁੰਦਾ, ਆਸਰਾ ਹੁੰਦਾ। ਹੋਰ ਮੈਂ ਦੇਖਦਾ ਸੰਗਤ 'ਚ ਬਹੁਤ ਸਾਰੇ ਬੀਬੀ ਜੀ ਦੇ ਜਿਹੜੇ ਪਿਆਰ ਵਾਲੇ ਮਾਈ ਭਾਈ ਸੀ ਉਹ ਵੀ ਸਰੀਰ ਛੱਡ ਗਏ, ਕਿਉਂਕਿ ਤਾਂ ਹੁਣ ਮਹਾਰਾਜ ਦੇ ਹੁਕਮ 'ਤੇ ਹੀ ਹੈ ਨਾ, ਜੰਮਣ ਵਰਨਾ ਹੁਕਮ ਹੈ ਭਾਣਾ ਆਵੇ ਜਾਏ। ਜਿੰਨੀ ਪ੍ਰਾਰਬਧ ਆ ਉਨੀ ਜੀਵ ਭੋਗ ਕੇ ਫਿਰ ਚਲੇ ਜਾਂਦਾ। ਪਰ ਜਿਹੜਾ ਸੰਗਤ ਦੇ ਨਾਲ ਮਿਲ ਕੇ ਚੱਲਦਾ, ਸੰਗਤ ਵਿੱਚੋਂ ਉਹਨਾਂ ਨੂੰ ਹਮੇਸ਼ਾ ਹੀ ਸਤਿਕਾਰ ਪਿਆਰ ਗੁਰੂ ਦਰਬਾਰ ਵਿੱਚ ਮਿਲਦਾ ਰਹਿੰਦਾ, ਕਿਉਂਕਿ ਉਹ ਫਿਰ ਗੁਰੂ ਨਾਨਕ ਸਾਹਿਬ ਦੇ ਰਜਿਸਟਰ ਵਿੱਚ ਉਹਨਾਂ ਦੀ ਹਾਜ਼ਰੀ ਹੋ ਜਾਂਦੀ, ਜਿਹੜੇ ਸੰਗਤ ਨਾਲ ਜੁੜ ਜਾਂਦੇ। ਸੋ ਇਸ ਵਾਸਤੇ ਚਾਹੇ ਸਰੀਰ ਵਿਛੜ ਗਿਆ, ਚਾਹੇ ਹਾਜ਼ਰ ਹੈ, ਚਾਹੇ ਪ੍ਰਦੇਸ਼ ਤੋਂ ਆ ਸਕੇ ਜਾਂ ਨਹੀਂ, ਪਰ ਜਿਨ੍ਹਾਂ ਦਾ ਬੀਬੀ ਜੀ ਨਾਲ ਪਿਆਰ ਸੀ, ਉਹਨਾਂ ਦੀਆਂ ਜਿਹੜੀਆਂ ਭਾਵਨਾ, ਚਾਹੇ ਉਹ ਨੇੜੇ ਹੈ ਚਾਹੇ ਦੂਰ ਹੈ, ਉਹਨਾਂ ਭਾਵਨਾ ਨੂੰ ਮੁੱਖ ਰੱਖ ਕੇ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਅਤੇ ਬੇਬੇ ਨਾਨਕੀ ਜੀ ਉਹਨਾਂ ਦੀਆਂ ਕਾਮਨਾ ਜ਼ਰੂਰ ਪੂਰੀਆਂ ਕਰੀ ਜਾਂਦੇ ਨੇ। ਗੱਜ ਕੇ ਬੋਲੋ ਸਤਿਨਾਮ ਸ੍ਰੀ ਵਾਹਿਗੁਰੂ। ਉਹ ਹਾਜ਼ਰ ਨਾਜ਼ਰ ਆਓ ਹੁਣ
ਸ਼੍ਰੀ ਮੁਖ ਵਾਗ ਦੀ ਵਿਚਾਰ ਸਰਵਣ ਕਰੀਏ। ਗਿਆਨੀ ਜੀ ਨੇ ਪਾਠ ਆਪ ਜੀ ਨੂੰ ਸੁਣਾਇਆ। ਗੁਰੂ ਮਹਾਰਾਜ ਜੋ ਕਿਰਪਾ ਕਰਨਗੇ ਉਹਦੇ ਮੁਤਾਬਕ ਆਪਾਂ ਚੱਲਦੇ ਰਹਾਂਗੇ ਅਤੇ ਮਹਾਰਾਜ ਦੀਆਂ ਭਾਈ ਬਖਸ਼ਾਂ ਲੈਂਦੇ ਰਹਾਂਗੇ। ਸਤਿਗੁਰ ਸੱਚੇ ਪਾਤਸ਼ਾਹ ਆਪ ਕਿਰਪਾ ਕਰਦੇ ਹਨ। ਵਾਹਿਗੁਰੂ ਸਾਹਿਬ ਜੀਓ। ਤਨਾਸਰੀ ਮਹੱਲਾ ਪੰਜਵਾ। ਤਨਾਸਰੀ ਰਾਗ ਦੀ ਬਾਣੀ ਹੈ। ਪੰਜਵੇਂ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਅਰਜਨ ਸਾਹਿਬ ਜੀ ਮਹਾਰਾਜ, ਜਿਨ੍ਹਾਂ ਦੀ ਕਿਰਪਾ ਦੇ ਨਾਲ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਸਾਨੂੰ ਇਸ ਸਰੂਪ ਵਿੱਚ ਪੋਥੀਆਂ ਤੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪ ਵਿੱਚ ਪ੍ਰਾਪਤ ਹੋਈ ਹੈ। ਇਹ ਉਹਨਾਂ ਦੀ ਬਹੁਤ ਵੱਡੀ ਦੇਣ ਬਖਸ਼ਿਸ਼ ਹੈ। ਆਪ ਜੀ ਕਿਰਪਾ ਕਰਦੇ ਹਨ। ਜਹ ਜਹ ਪੇਖੋ ਤਹ ਹਜੂਰ। ਮਹਾਰਾਜ ਨੂੰ ਪੁੱਛਿਆ ਵੀ ਮਹਾਰਾਜ ਪਰਮੇਸ਼ਰ ਬਾਰੇ ਕੋਈ ਦੱਸੋ। ਕਈਆਂ ਦਾ ਖਿਆਲ ਆ ਵੀ ਖੁਦਾ ਦਾ ਘਰ ਮੱਕਾ ਆ ਅਤੇ ਸਨਾਤਨੀ ਲੋਕ ਜਿਹੜੇ ਉਹ ਦੱਖਣ ਵਿੱਚ ਮੰਨੀ ਬੈਠੇ ਆ। ਦੱਖਣ ਦੇਸ ਹਰੀ ਕਾ ਵਾਸਾ ਪੱਛਮ ਅਲਹ ਮੁਕਾਮਾ। ਪਰ ਪਾਤਸ਼ਾਹ ਕਹਿੰਦੇ ਦਿਲ ਮੈਂ ਖੋਜ ਦਿਲੇ ਮੈਂ ਖੋਜੋ ਇਹੀ ਠੌਰ ਮੁਕਾਮਾ। ਉਹਦਾ ਵਿਆਪਕ ਸਰੂਪ ਆ। ਜਿੱਥੇ ਜਿੱਥੇ ਵੀ ਗਿਆਨ ਦੀ ਦ੍ਰਿਸ਼ਟੀ ਨਾਲ ਦੇਖੋ ਉਹ ਪਰਮਾਤਮਾ ਉੱਥੇ ਉੱਥੇ ਹਾਜ਼ਰ ਆ। ਮੱਕੇ ਜਾ ਕੇ ਮਹਾਰਾਜ ਨੇ ਇਹੀ ਦਿਖਾਇਆ ਸੀ ਨਾ ਕਿ ਕਹਿਣ ਲੱਗੇ ਤੁਸੀਂ ਇੱਧਰ ਨੂੰ ਚਰਨ ਕਰਕੇ ਪਏ। ਮਹਾਰਾਜ ਕਹਿੰਦੇ ਭਾਈ ਸਫ਼ਰ ਬੜਾ ਲੰਬਾ ਸੀ, ਥੱਕ ਗਏ ਸੀ, ਕਈ ਤੁਸੀਂ ਜਿੱਧਰ ਖੁਦਾ ਦਾ ਘਰ ਹੈ ਨਹੀਂ ਉੱਧਰ ਨੂੰ ਚਰਨ ਕਰ ਦਿਓ। ਅਤੇ ਜਿਸ ਵੇਲੇ ਉਹ ਭਾਈ ਗੁਰਦਾਸ ਨੇ ਬਾਹਰ 'ਚ ਲਿਖਿਆ ਜੀਵਨ ਹਾਜੀ ਆਇਆ ਅਤੇ ਉਹ ਮਹਾਰਾਜ ਨੇ ਕਲਾ ਐਸੀ ਵਰਤਾਈ 4 ਚੁਫੇਰੇ ਮੱਕਾ ਦਿਖਾ ਦਿੱਤਾ। ਸੋ ਇਸ ਵਾਸਤੇ ਜਿਹੜਾ ਪਰਮਾਤਮਾ ਹੈ ਉਹ ਵਿਆਪਕ ਹੈ। ਕੋਈ ਐਸੀ ਜਗ੍ਹਾ ਨਹੀਂ ਜਿੱਥੇ ਉਹਦੀ ਸੱਤਾ ਕੰਮ ਨਹੀਂ ਕਰਦੀ। ਹਰ ਜਗ੍ਹਾ ਹਾਜ਼ਰ ਨਾਜ਼ਰ ਹੈ। ਦੂਰ ਕਤਹੁ ਨਾ ਜਾਈ। ਜਿਹੜੇ ਗੁਰਮੁਖ ਪਿਆਰੇ ਹੈ, ਜਿਨ੍ਹਾਂ ਨੂੰ ਮਹਾਰਾਜ ਨੇ ਗਿਆਨ ਬਰਾਗ ਦੇ ਨੇਤਰ ਦਿੱਤੇ ਹੈ, ਉਹਨਾਂ ਤੋਂ ਤਾਂ ਪਰਮਾਤਮਾ ਕਦੇ ਦੂਰ ਜਾਂਦਾ ਹੀ ਨਹੀਂ। ਸਦਾ ਹੀ ਉਹਨਾਂ ਦੇ ਅੰਗ ਸੰਗ ਰਹਿੰਦਾ ਹੈ। ਜਦੋਂ ਸਿੰਘਣੀਆਂ ਨੂੰ ਪਕੜਿਆ ਅਤੇ ਮੀਰ ਮਨੂੰ ਕਹਿੰਦਾ ਇਉਂ ਕਰੋ ਕਿ ਹੁਣ ਤੁਹਾਡਾ ਗੁਰੂ ਗੋਬਿੰਦ ਸਿੰਘ ਕਿੱਥੇ ਹੈ। ਉਹ ਕਹਿੰਦੀਆਂ ਸਾਡੇ ਨਾਲ ਹੈ। ਅੰਗ ਸੰਗ ਗੁਰ ਮੇਰਾ ਸੰਗ ਸਦਾ ਹੈ ਨਾਲੇ। ਕਹਿਣ ਲੱਗੇ ਮੌਲਵੀ ਕਾਜੀ ਬੁਲਾਏ ਕਿ ਹਮ ਉਮਰ ਦੇ ਮੁਸਲਮਾਨਾਂ ਨੇ ਨਿਕਾਹ ਪੜ੍ਹਾ ਦਿਓ। ਸਵਾ ਸਮਣ ਪੀਸਣ ਪਸਾਏ, ਬੱਚਿਆਂ ਦੀਆਂ ਆਂਦਰਾਂ ਕੱਟ ਕੱਟ ਕੇ ਗਲਾਂ 'ਚ ਹਾਰ ਪਾਏ। ਪਰ ਅੱਜ ਸਾਡਾ ਵਿਸ਼ਵਾਸ ਬਹੁਤ ਢਿੱਲਾ ਮੱਠਾ ਹੁੰਦਾ ਜਾ ਰਿਹਾ। ਪਰ ਉਹਨਾਂ 'ਤੇ ਕਿਰਪਾ ਸੀ ਅਤੇ ਉਹਨੇ ਫਿਰ ਅਰਦਾਸ ਕੀਤੀ ਜਦੋਂ ਬੰਦੇ ਦਾ ਕੋਈ ਆਪਾ ਨਾ ਚੱਲੇ। ਸਗਲ ਆਪਾਪ ਜਗਤ ਕੇ ਤਿਆਗੋ ਸੀਰੀਅਸ ਤੁਝ ਕੀ ਸ਼ਰਨੀ ਲਾਗੋ। ਅਰਦਾਸ ਵਿੱਚ ਵੀ ਬੜਾ ਬਾਲਿਆ ਕਿ ਮਹਾਰਾਜ ਹੁਣ ਤਾਂ ਕਲਾ ਵਰਤਾਓ, ਸਾਡਾ ਧਰਮ ਤਾਂ ਹੀ ਕਾਇਮ ਰਹਿ ਸਕਦਾ। ਤੁਹਾਡੀ ਸ਼ਰਨ ਲਈ ਇਹ ਮੀਰ ਮਨੂੰ ਸ਼ਿਕਾਰ ਖੇਲਣ ਤੁਰਿਆ। ਉਹਦੇ ਘੋੜੇ ਦੇ ਮੱਥੇ 'ਚ ਇੱਲ ਵੱਜੀ। ਘੋੜਾ ਜਿਹੜਾ ਸੀ ਉਹ ਤਰਵ ਗਿਆ ਅਤੇ ਉਹ ਜਿਉਂ ਛਰਪਟ ਭੱਜਾ ਅਤੇ ਮੀਰ ਮਨੂੰ ਉੱਥੋਂ ਡਿੱਗ ਪਿਆ ਅਤੇ ਰਕਾਬ ਵਿੱਚ ਪੈਰ ਫਸਿਆ ਰਿਹਾ ਅਤੇ ਘੜੀਸ ਘੜੀਸ ਕੇ ਬੋਟੀ ਬੋਟੀ ਕਰਕੇ ਮਾਰ ਦਿੱਤਾ। ਅਤੇ ਮਹਾਰਾਜ ਨੇ ਕਲਾ ਵਰਤਾਈ, ਇਹਦੇ ਹੁਕਮ ਚਾੜੇ ਵਿਛੇ ਰਹਿ ਗਏ ਅਤੇ ਸਿੰਘਣੀਆਂ ਕਹਿੰਦੀਆਂ ਵੀ ਹੈਗਾ ਗੁਰੂ ਗੋਬਿੰਦ ਸਿੰਘ ਨੇ ਹਾਜ਼ਰ ਹੈ। ਪਰ ਜੇ ਵਿਸ਼ਵਾਸ ਪਰ ਅੱਜ ਅਸੀਂ ਧੜਾ ਧੜ ਰੋਮਾਂ ਦੀ ਬੇਅਦਬੀ ਕਰੀ ਜਾਂਦੇ ਹਾਂ। ਨਸ਼ਿਆਂ ਵਿਸ਼ਿਆਂ ਫੈਸ਼ਨਾਂ ਇਲਾਕੇ ਸਿੱਖੀ ਤੋਂ ਪਤਿਤ ਹੁੰਦੇ ਜਾ ਰਹੇ ਹਾਂ। ਇਹ ਗੁਰਪੁਰਬ ਮਨਾਉਣੇ ਜੋੜ ਮੇਲਿਆਂ ਦਾ ਪ੍ਰਯੋਜਨ ਇਹ ਹੈ ਕਿ ਆਪਾਂ ਆਪਣੇ ਜਿਹੜੇ ਮਨ 'ਚ ਕਮਜ਼ੋਰੀਆਂ ਆਈਆਂ ਉਹਦੀ ਸਧਾਈ ਕਰੀਏ ਔਰ ਛੱਡ ਕੇ ਵੱਧ ਤੋਂ ਵੱਧ ਖੰਡੇ ਵਾਲਾ ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣੋ, ਗੁਰੂ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਇਸ ਕਰਕੇ ਮਹਾਰਾਜ ਕਹਿੰਦੇ ਦੂਰ ਕਤਹੁ ਨਾ ਜਾਈ। ਜਿਹੜਾ ਉਹਦੇ 'ਤੇ ਵਿਸ਼ਵਾਸ ਕਰਦਾ, ਚਾਹੇ ਮਾਈ ਹੈ, ਭਾਈ ਹੈ, ਪਛੰਗੀ ਹੈ, ਕੋਈ ਵੀ ਹੈ, ਵਾਹਿਗੁਰੂ ਪਰਮੇਸ਼ਰ ਉਹਨਾਂ ਤੋਂ ਦੂਰ ਨਹੀਂ ਜਾਂਦਾ।
ਨੇੜੇ ਹੋ ਕੇ ਉਹਨਾਂ ਦੀ ਸਹਾਇਤਾ ਕਰਦਾ ਹੈ। ਰਵ ਰਹਿਆ ਸਰਬੱਤਰ ਉਹ ਮੈਂ, ਪਰਮੇਸ਼ਰ ਸਾਰਿਆਂ ਵਿੱਚ ਆਤਮਾ ਕਰਕੇ ਰਵ ਰਿਹਾ, ਵਿਆਪਕ ਹੋ ਰਿਹਾ ਹੈ। ਮਨ ਸਦਾ ਧਿਆਈ। ਇਹ ਮਨ ਤੂੰ ਮਨ ਵਿੱਚ ਕਦੇ ਸ਼ੰਕਾ ਨਹੀਂ ਕਰਨੀ। ਗੁਰੂ ਨੂੰ ਅੰਗ ਸੰਗ ਜਾਣ ਕੇ ਸਦਾ ਵਾਸਤੇ ਉਹਦੇ ਨਾਮ ਨੂੰ ਧਿਆਉਂਦੇ ਰਹਿਣਾ, ਉਹਦਾ ਨਾਮ ਸਿਮਰਨ ਭਜਨ ਬਾਣੀ ਕਰਦੇ ਰਹਿਣਾ ਹੈ। ਈਤ ਊਤ ਨਹੀਂ ਵਿਛੜੈ। ਬਾਕੀ ਦੁਨੀਆ ਦੇ ਮਿੱਤਰ ਤਾਂ ਇੱਥੇ ਮਿਲੇ, ਰਿਸ਼ਤੇਦਾਰ ਜਿੰਨੇ ਆ ਇੱਥੇ ਮਿਲੇ ਸੀ, ਇੱਥੇ ਵਿਛੜ ਗਏ। ਉਹ ਜਿਹੜਾ ਪਰਮਾਤਮਾ ਕੈਸਾ ਹੈ, ਇਸ ਲੋਕ ਵਿੱਚ ਊਤ ਅਗਲੇ ਲੋਕ 'ਚ ਉਹ ਕਿਤੇ ਵਿਛੜਦਾ ਨਹੀਂ, ਉਹ ਸਦਾ ਇਹਦਾ ਸਾਥ ਨਿਭਾਉਂਦਾ ਹੈ। ਸੋ ਸੰਗੀ ਗਣੀਐ। ਉਸ ਵਾਹਿਗੁਰੂ ਪਰਮੇਸ਼ਰ ਨੂੰ ਆਪਣੇ ਸੰਗੀਆਂ ਵਿੱਚ ਗਿਣਨਾ ਕਰੋ। ਅਤੇ ਬਾਕੀ ਕਈ ਮਜ਼੍ਹਬ ਉਹ ਕਹਿਣਗੇ ਜੀ ਇਹ ਸਤਸੰਗੀ ਹੈ, ਗੈਰ ਸਤਸੰਗੀ ਹੈ, ਪਰ ਗੁਰੂ ਨਾਨਕ ਸਾਹਿਬ ਦੇ ਘਰ ਤਾਂ ਕੋਈ ਗੈਰ ਹੈ ਹੀ ਨਹੀਂ। ਇੱਥੇ ਤਾਂ ਨਾ ਕੋਈ ਬੈਰੀ ਨਹੀਂ ਬਗਾਨਾ। ਇਸ ਵਾਸਤੇ ਤਾਂ ਘਰ ਐਸਾ ਹੈ, ਉੱਥੇ ਉਹਨਾਂ ਦੇ ਲੰਗਰਾਂ ਚੱਲ ਜਾਓ, ਕਹਿਣਗੇ ਗੈਰ ਸਤਸੰਗੀ ਹੈ, ਪੰਗ 'ਚ ਬਹਿਣ ਤੋਂ ਵੀ ਗਰੇਜ ਕਰਨਗੇ, ਸੰਗਤ ਪੰਗ 'ਚ। ਪਰ ਗੁਰੂ ਨਾਨਕ ਸਾਹਿਬ ਦੇ ਘਰ ਵਿੱਚ ਐਸਾ ਨਹੀਂ। ਇੱਥੇ ਦਾ ਰਾਣਾ ਰੰਗ ਬਰਾਬਰੀ, ਪੈਰੀਂ ਪਵਣਾ ਜਗ ਵਰਤਾ। ਇਸ ਕਰਕੇ ਮਹਾਰਾਜ ਕਹਿੰਦੇ ਹੈ, ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚੋਂ ਵਰਨਾ ਕੋ ਸਾਂਝਾ। ਮਹਾਰਾਜ ਨੇ ਤਾਂ ਐਸੀ ਕਿਰਪਾ ਕੀਤੀ ਹੈ। ਇਸ ਕਰਕੇ ਕਹਿੰਦੇ ਉਹ ਸੰਗੀ ਗਣੀ ਹੈ, ਉਹਨੂੰ ਆਪਣਾ ਸੰਗੀ ਗਿਣਨਾ ਕਰੋ, ਜਾਣਨਾ ਕਰੋ, ਵਿਚਾਰਨਾ ਕਰੋ। ਬਿਨ ਸੁਜਾਏ ਜੋ ਨਿਮਖ ਮਹਿ। ਦੁਨੀਆ ਦੇ ਜਿੰਨੇ ਸੁਖ ਆਰਾਮ ਆ, ਜਾਂ ਰਾਜ ਗੱਦੀਆਂ ਆ, ਜਾਂ ਕੋਈ ਪਦਵੀਆਂ ਹੈਗੀਆਂ, ਜਾਂ ਜਿੰਨੀ ਵੀ ਸਮੱਗਰੀ ਹੈ, ਇਹ ਜਿੰਨਾ ਠਾਠਾ ਵਾਗਾ, ਇਹ ਤਾਂ ਸਾਰਾ ਖਿਨ ਵਿੱਚ ਇਹ ਬਿਨ ਸਜਾਉਣ ਵਾਲਾ ਹੈ। ਸੋ ਅਲਪ ਸੁਖ ਭਣੀਐ। ਜਿਹੜੇ ਦੁਨਿਆਵੀ ਸੁੱਖ ਇਹ ਤਾਂ ਅਲਪ ਤੁੱਛ ਹੈ, ਪਰ ਇਹਨਾਂ ਅਲਪ ਸੁੱਖਾਂ ਵਾਸਤੇ ਬੰਦਾ ਦੇਖ ਲਓ, ਮਾਇਆ ਪ੍ਰਾਪਤੀ ਵਾਸਤੇ ਕਿੰਨੀ ਜਦੋਜਹਿਦ, 8-8 ਘੰਟੇ 12-12 ਘੰਟੇ ਕੰਮ ਕਰਦਾ। ਅਤੇ ਜਿਹੜਾ ਕੰਮ ਕਰਨ ਲਈ ਆਇਆ ਸੀ ਭਜਨ ਬਾਣੀ, ਉੱਧਰ ਬਿਲਕੁਲ ਅਚੇਤ ਹੋਇਆ ਪਿਆ ਹੈ। ਕਿ 8-10 ਘੰਟੇ ਕੰਮ ਕੀਤਾ ਪਦਾਰਥ ਲਿਆਂਦੇ, ਅਤੇ ਸੁਆਣੀ ਨੇ ਤੁੜਕੇ ਛਮਕੇ ਲਾ ਕੇ ਤਿਆਰ ਕੀਤੇ, ਔਰ ਪੂਰਾ ਜ਼ੋਰ ਬੀਬੀਆਂ ਲਾ ਦੇਣੀਆਂ, ਪਰ ਉਹਨਾਂ ਦਾ ਸਵਾਦ ਜ਼ੁਬਾਨ ਤੱਕ ਆ। ਜਿਹੜੇ ਗੱਲ ਤੋਂ ਚਲੇ ਗਿਆ ਤਾਂ ਫਿਰ ਸਵਾਦ ਕੀ ਹੈ? ਇੱਕ ਖਿਨਕ ਮਾਤਰ ਦਾ ਹੀ ਸਵਾਦ ਸੁੱਖ ਹੋਇਆ ਨਾ। ਫਿਰ ਉਹ ਪਦਾਰਥ ਜਿਹੜੇ ਫਿਰ ਇਸੇ ਤਰ੍ਹਾਂ, ਇੱਕ ਭੋਗਾ ਆਨੰਦ ਹੈ, ਇੱਕ ਜੋਗਾ ਆਨੰਦ ਹੈ, ਇੱਕ ਬ੍ਰਹਮਾ ਆਨੰਦ ਹੈ। ਇਹ ਭੋਗਾਂ ਦਾ ਆਨੰਦ ਜਿਹੜਾ ਉਹ ਵੀ ਖਿਨਕ ਮਾਤਰ ਦਾ ਹੀ ਹੈ, ਅਤੇ ਜੋਗਾ ਆਨੰਦ ਜਿਹੜਾ ਹੈ ਉਹ ਇਸ ਤਰ੍ਹਾਂ ਜਿਵੇਂ ਬਰਸਾਤੂ ਨਦੀਆਂ ਭੋਗਾਂ ਆਨੰਦ ਇਉਂ ਜਿਵੇਂ ਪਿਆਲੀ ਦਾ ਪਾਣੀ ਹੈ, ਸੁੱਕ ਜਾਣ ਦਾ, ਡੁੱਲ ਜਾਣ ਦਾ, ਸੜ ਜਾਣ ਦਾ, ਉੱਡ ਜਾਣ ਦਾ, ਮਿੱਟੀ 'ਚ ਮਿਲ ਜਾਣ ਦਾ ਡਰ ਆ, ਤੋਛਿਆ ਨਾ। ਜੋਗਾ ਆਨੰਦ ਹੈ ਜਿਹਦਾ ਪ੍ਰਾਣ 10 ਦੁਆਰ ਚੜ੍ਹਾ ਲੈ, ਇਹ ਤਾਂ ਮਨ ਟਿਕਿਆ ਹੈ। ਜੇਲੇ ਲਾ ਲੈ ਕਿ ਉਹ ਜਿਹੜੀਆਂ ਪਹਿਲਾਂ ਖਰਾਬੀਆਂ ਕਰਦਾ ਉਹੀ ਪੇ ਕਰੀ ਜਾਂਦਾ। ਉਹਦਾ ਜਿਵੇਂ ਕਿਹਨੂੰ ਕੈਦ ਵਿੱਚ ਬਹਾਲਦੇ ਉਹਨੂੰ ਡਾਕੂ ਵੀ ਭਲਾ ਮਾਨਸ ਨਜ਼ਰ ਆਉਂਦਾ, ਜਦੋਂ ਜੇਲ੍ਹ 'ਚ ਕੱਢਾਂਗੇ ਉਹਨੂੰ ਉਹੀ ਪੁੱਠੇ ਕੰਮ ਫੇਰ ਕਰਨ ਲੱਗ ਪੈਣੇ, ਕਿਉਂਕਿ ਆਦਤਾਂ ਤਾਂ ਬਦਲੀਆਂ ਹੀ ਨਹੀਂ, ਉਹ ਤਾਂ ਉਹੀ ਹੈ। ਉਹ ਬਰਸਾਤੂ ਨਦੀ ਹੁੰਦੀ ਹੈ, ਮੀਂਹ ਪੈ ਗਿਆ ਤਾਂ ਉਛਲੀ ਫਿਰਦੀ ਹੈ, ਨਾ ਹੋਇਆ ਤਾਂ ਫਿਰ ਰੇਤੇ ਰੇਤ ਹੁੰਦੀ ਹੈ, ਮਾਰੂਥਲ ਬਣ ਜਾਂਦੀ ਕਈ ਵਾਰੀ। ਅਤੇ ਜਿਹੜਾ ਬ੍ਰਹਮਾ ਆਨੰਦ ਆ ਉਹ ਇਉਂ ਆ ਜਿਵੇਂ ਬ੍ਰਹਮਪੁੱਤਰ ਵੱਡੇ ਦਰਿਆ ਆ, ਉਹ ਸਮੁੰਦਰ ਨਾਲੋਂ ਲਿੰਕ ਟੁੱਟਦਾ ਹੀ ਨਹੀਂ, ਉਹਦੀ ਧਾਰਾ ਇੱਕ ਰਸ ਰਹਿੰਦੀ ਹੈ। ਇਸ ਕਰਕੇ ਮਹਾਰਾਜ ਕਹਿੰਦੇ ਆ ਜਿਹੜੇ ਛੋਟੇ ਛੋਟੇ ਸੁੱਖਾਂ ਵਿੱਚ ਪੈ ਕੇ ਗੁਰੂ ਤੋਂ ਸਿੱਖੀ ਤੋਂ ਬੇਮੁਖ ਹੋ ਰਹੇ ਆ, ਇਹ ਸਾਰੇ ਸੁੱਖ ਅਲਪ ਮਾਤਰ ਭਣੀਏ ਕਹੇ ਗਏ ਹਨ। ਰਹਾਉ। ਵਿਸਰਾਮ ਦੇ ਕੇ ਸੱਚੇ ਪਾਤਸ਼ਾਹ ਜੀ ਕਿਰਪਾਲਤਾ ਕਰਦੇ ਹਨ। ਪ੍ਰਤਪਾ ਕਿਸ ਤਰ੍ਹਾਂ ਹੋਏਗਾ? ਉਹ ਸਿੱਧ ਵੀ ਮਹਾਰਾਜ ਨੂੰ ਕਹਿੰਦੇ, ਮਹਾਰਾਜ ਤੁਸੀਂ ਕਹਿੰਦੇ ਭਜਨ ਕਰੋ ਭਜਨ ਕਰੋ, ਇਵੇਂ ਕਿਵੇਂ ਚੱਲੂਗਾ? ਸਤਿ ਸ੍ਰੀ ਅਕਾਲ। ਆਕਾਸ਼ ਦੇ ਜਿਹੜੇ ਫਰਿਸ਼ਤੇ ਉਹ ਵੀ
ਬਾਬਾ ਖੁਦਾ ਸਿੰਘ ਜੀ ਮਹਾਰਾਜ ਬਾਬਾ ਵੀਰ ਸਿੰਘ ਦੇ ਸੇਵਕ ਪਰਨ ਕਰ ਲਿਆ ਸੰਤ ਮੰਡਲੀ। ਕਹਿੰਦੇ ਵੀ ਰੱਬ ਖਿਲਾਊਗਾ ਤੇ ਖਾਣਾ, ਨਹੀਂ ਤਾਂ ਨਹੀਂ। ਨਾ ਮੰਗਣਾ ਨਾ ਉਦਮ ਕਰਨਾ। ਉਹ ਚਲੇ ਗਏ। ਅੱਗੇ ਸਾਡੇ ਦੇਸ਼ 'ਚ ਰਿਵਾਜ ਹੁੰਦਾ ਸੀ, ਨਗਰਾਂ ਵਿੱਚ ਤੇ ਸ਼ਹਿਰਾਂ ਵਿੱਚ ਅੱਡੇ ਬਣੇ ਹੁੰਦੇ ਸੀ। ਉੱਥੇ ਮਹਾਂਪੁਰਖ ਬਹਿ ਜਾਣੇ ਤੇ ਲੋਕਾਂ 'ਚ ਬੜੀ ਸ਼ਰਧਾ ਹੁੰਦੀ ਸੀ ਕਿ ਪੱਕਾ ਭੋਜਨ ਛਕੋਗੇ ਜਾਂ ਕੱਚਾ। ਪੱਕਾ ਮਠਿਆਈ ਵਗੈਰਾ, ਕੱਚਾ ਹੁੰਦਾ ਵੀ ਸਿੱਧੇ ਤੋਂ ਅੰਨ ਤਿਆਰ ਕੀਤਾ ਹੋਇਆ। ਉਹ ਬੈਠੇ ਆ ਤੇ ਲੰਬੜਦਾਰ ਨੂੰ ਪਤਾ ਲੱਗਾ। ਉਸ ਨੇ ਜੀ ਉਹ ਰਾਸ਼ਨ ਪਾਣੀ ਭੇਜਦਾ ਵੀ ਕਈ ਆਪ ਬਣਾ ਕੇ ਖਾਂਦੇ ਆ, ਸੋਚ ਸੋਚ ਰੱਖਦੇ ਆ। ਤੇ ਮਹਾਂਪੁਰਖ ਕਹਿੰਦੇ ਤੂੰ ਗਰੀਬ ਆ, ਤੂੰ ਹੀ ਲੈ ਜਾ, ਦੱਸੀ ਨਾ। ਖੈਰ ਪਤਾ ਤਾਂ ਲੱਗੇ ਹੀ ਜਾਂਦਾ। ਲੰਬੜਦਾਰ ਨੇ ਫੇਰ ਭੇਜਤਾ। ਉਹ ਫੇਰ ਵੀ ਉਹਨਾਂ ਨੇ ਗਰੀਬਾਂ 'ਚ ਵੰਡਤਾ। ਤੀਜੀ ਵਾਰੀ ਫੇਰ ਉੱਥੇ ਇੱਕ ਘੋੜਾ ਸੀ ਕਿਸੇ ਮੁਖੀ ਦਾ, ਉਹਨੂੰ ਨਿਹਾਰੀ ਦਿੰਦੇ ਆ। ਤੇ ਉਹ ਘੋੜਾ ਹੁਣ ਜਿਹੜਾ ਰੱਜਿਆ ਹੋਵੇ ਕਿੱਥੇ ਖਾਂਦਾ, ਉਹ ਦੰਦ ਮੀਚੇ ਹੋਏ ਤੇ ਖੋਲ੍ਹੇ ਹੀ ਨਾ। ਤੇ ਉਹ ਮਾਲਕ ਨੇ ਕਿਹਾ ਸੀ ਨਾ ਖਾਵੇ ਨਾ, ਕਿੱਲਾ ਕਢਿਆਇਆ ਸੀ ਵੀ ਉਹਦੇ ਨਾਲ ਉਹਦੇ ਦੰਦ ਪੁੱਟ ਕੇ ਤੇ ਖਿਲਾਉਣੀ ਜ਼ਰੂਰ ਆ ਨਿਹਾਰੀ। ਉਹ ਜੀ ਕਰੇ ਤੇ ਉਹ ਖੋਲ੍ਹੇ ਨਾ। ਉਹ ਪੁੱਛਣ ਲੱਗੇ ਸੰਤ ਵੀ ਇਹ ਕੀ ਕਰਦਾ? ਆਖਿਆ ਜੀ ਫਲਾਣੇ ਸਰਦਾਰ ਦਾ ਘੋੜਾ। ਉਹ ਨੌਕਰ ਕਹਿੰਦੇ ਨਾ ਖਾਵੇ ਤਾਂ ਕੇਲੇ ਨਾਲ ਦੰਦ ਪੱਟ ਕੇ ਫੇਰ ਖਿਲਾਇਓ। ਉਹ ਕਹਿੰਦੇ ਭਾਈ ਦੇਖੋ ਜੇ ਕਿਸੇ ਮਾਲਕ ਦਾ ਬਣ ਜਾਵੇ ਨਾ, ਉਹ ਦੰਦ ਪੁੱਟ ਖਿਲਾਉਂਦਾ, ਤੇ ਤੁਸੀਂ ਹੁਣ ਮਾਲਕ ਦੇ ਬਣੇ ਆ, ਚੁੱਪ ਕਰਕੇ ਖਾ ਲਓ। 3 ਵਾਰੀ ਰਸਤ ਆ ਗਈ ਹੈ, ਤੁਸੀਂ ਵੀ ਦੰਦ ਭਨਾ ਕੇ ਨਾ ਖਾਇਓ ਕਿਤੇ, ਕਿਉਂਕਿ ਦਾਤਾ ਸਭ ਕੋ ਦੇਤ ਹੈ, ਪੋਖਤ ਹੈ ਦਿਨ ਰਹਿਣ। ਉਹ ਤਾਂ ਹਰ ਵੇਲੇ ਕਰ ਰਿਹਾ ਹੈ। ਸੈਲ ਪੱਥਰ ਮੈਂ ਜਨਤਾ ਪਾਏ, ਤਾ ਕਾ ਰਿਜਕ ਆ ਗਿਆ ਕਰ ਧਰਿਆ। ਇਸ ਕਰਕੇ ਉਹ ਜਿੰਨੇ ਜੀਵ ਜੰਤੂ ਨੂੰ ਪੈਦਾ ਕੀਤੇ, ਉਹਨੂੰ ਉਹਦਾ ਫਿਕਰ, ਸਾਨੂੰ ਤਾਂ ਆਪੋ ਆਪਣਾ, ਉਹਨੂੰ ਸਭ ਦਾ ਹੀ ਹੈ। ਇਸ ਕਰਕੇ ਪਾਤਸ਼ਾਹ ਕਹਿੰਦੇ ਆ ਪ੍ਰਤਪਾਲੈ ਅਪਿਆਓ ਦੇ। ਹਾਂਜੀ, ਅਪਿਆਓ ਮੈਨੇ ਭੋਜਨ ਪਾਣੀ ਦੇ ਕੇ ਸਭ ਦੀ ਪ੍ਰਤਪਾਲਣਾ ਕਰਦੇ ਹਨ। ਕੱਚ ਊਨ ਨਾ ਹੋਈ। ਉਹਦੇ ਘਰ ਵਿੱਚ ਕਿਉਂ ਗੁਰੂ ਗ੍ਰੰਥ ਸਾਹਿਬ ਤੁਹਾਨੂੰ ਕੁਛ ਪਾਠ ਨਹੀਂ ਮਿਲੂਗਾ, ਜਾਂ ਦਾ ਕੇਸ਼ ਹੋਊਗਾ, ਕੱਕੇ ਨਾਲ ਔਂਕੜਨ ਨਹੀਂ ਮਿਲੂਗਾ, ਜਾਂ ਕੱਕਾ ਛਿੱਛੇ ਨੂੰ ਔਂਕੜਿਆ। ਇਸ ਵਾਸਤੇ ਆਮ ਬੋਲਣ ਵਿੱਚ ਕੁਛ ਕਹਿ ਦਿੰਦੇ ਆ, ਪਰ ਮਹਾਰਾਜ ਦੀ ਬਾਣੀ 'ਚ ਨਹੀਂ ਮਿਲੇਗਾ। ਕਹਿੰਦੇ ਉਹ ਪ੍ਰਤਪਾਲਣਾ ਕਰਦਾ, ਉਹਦੇ ਭੰਡਾਰਿਆਂ 'ਚ ਕਿਸੇ ਤਰ੍ਹਾਂ ਦੀ ਊਣਤਾ ਹੀ ਨਹੀਂ ਹੁੰਦੀ। ਜਿਵੇਂ ਦਰਿਆ 'ਚੋਂ ਪਾਣੀ ਕੱਢੋ, ਉਨੀ ਲਹਿਰ ਮਗਰ ਆ ਜਾਂਦੀ ਨਾ। ਗੁਰੂ ਨਾਨਕ ਦੇ ਘਰ ਜਿੰਨਾ ਵਰਤੀ ਜਾਓ, ਉਨਾ ਹੀ ਪਿੱਛੋਂ ਹੋ ਰਹੀ ਜਾਂਦਾ। ਇਹ ਸਦਾ ਵਰਤ ਦਾ ਪ੍ਰਵਾਹ ਐਸਾ ਹੈ। ਸਾਸ ਸਾਸ ਸੰਭਾਲਤਾ। ਉਹ ਸਵਾਸ ਸਾਰਿਆਂ ਦੀ ਸੇਵਾ ਸੰਭਾਲ ਨਿਰੰਕਾਰ ਪਰਮੇਸ਼ਰ ਕਰਦਾ। ਜਿਵੇਂ ਜਿਹੜਾ ਬੱਚਾ ਗੋਦੀ ਵਿੱਚ ਹੁੰਦਾ, ਉਹਨੂੰ ਮਾਇਓ ਕੋਈ ਹੁੰਦਾ ਫਿਕਰ? ਉਹ ਸਾਰਾ ਮਾਂ ਪਿਓ ਨੂੰ ਫਿਕਰ ਆ ਨਾ, ਕਿਉਂਕਿ ਉਹਦੇ 'ਚ ਆਪਣੀ ਚਤਰਾਈ ਨਹੀਂ, ਹਉਮੈ ਨਹੀਂ ਹੈ ਬੱਚੇ 'ਚ, ਸ਼ੁੱਧ ਹੈ ਨਾ। ਅਤੇ ਜੇ ਆਪਣੀ ਚਤਰਾਈ ਹਉਮੈ ਛੱਡ ਕੇ ਇਨਸਾਨ ਤੁਰ ਪਏ, ਉਹ ਪਰਮਾਤਮਾ ਆਪੇ ਹੀ ਕਰੀ ਜਾਂਦਾ, ਵਿਧੀਆਂ ਬਣਾਈ ਜਾਂਦਾ। ਉਸ ਤਰ੍ਹਾਂ ਇੱਕ ਦਰਵਾਜ਼ਾ ਬੰਦ ਹੋਵੇ, ਦੂਆ ਖੋਲ੍ਹ ਦਿੰਦਾ ਐਸਾ। ਇਸ ਕਰਕੇ ਕਹਿੰਦੇ ਆ ਉਹ ਸਵਾਸ ਸਭ ਦੀ ਸੇਵਾ ਸੰਭਾਲ ਕਰਦਾ ਹੈ। ਮੇਰਾ ਪ੍ਰਭ ਸੋਈ। ਮੇਰਾ ਜਿਹੜਾ ਪ੍ਰਭੂ ਪਰਮੇਸ਼ਰ ਐਸਾ ਹੈ। ਅਛਲ ਅਛੇਦ ਅਪਾਰ ਪ੍ਰਭ। ਇਹ ਪਾਤਸ਼ਾਹ ਕੈਸਾ ਹੈ? ਕਹਿੰਦੇ ਛਲ। ਬਾਕੀ ਦਾ ਛਲ ਵਿੱਚ ਆ ਜਾਂਦੇ ਆ ਨਾ, ਉਹ ਨਹੀਂ ਛਲਿਆ ਜਾਂਦਾ। ਕਈਆਂ ਨੇ ਛਲਣ ਦੀ ਕੋਸ਼ਿਸ਼ ਕੀਤੀ। 10ਵੇਂ ਪਾਤਸ਼ਾਹ ਭੀਮ ਚੰਦ ਨੇ ਸ਼ੈਤਾਨੀ ਕੀਤੀ। ਕਹਿੰਦਾ ਮਹਾਰਾਜ ਸਾਡੇ ਜੰਗਲਾਂ 'ਚ ਬੜੇ ਫਲਦਾਰ ਮੇਵੇਦਾਰ ਦਰਖਤ ਆ, ਅਤੇ ਆਪ ਜੀ ਸੈਲ ਕਰੋ। ਗੁਰੂ ਕੇ ਦਰ ਲਾਹੌਰ ਉੱਪਰ ਲੈ ਗਏ। ਉੱਥੇ ਇੱਕ ਬੰਸਾਂ ਦਾ ਜੰਗਲ ਬਹੁਤ ਵੱਡਾ, ਆਮ ਤਾਂ ਉੱਥੋਂ ਹੀ ਮੁੜੇ ਆਉਂਦੇ ਨੇ। ਅਤੇ ਸਾਨੂੰ ਵੀ ਸ਼ੌਕ ਹੁੰਦਾ, ਜਾ ਕੇ ਦੇਖਿਆ। ਉੱਥੇ ਇੱਕ ਬਹੁਤ ਵੱਡੀ ਸਿਲਾ ਆ। ਅਤੇ ਮਹਾਰਾਜ ਨੂੰ ਕਹਿਣ ਲੱਗਾ ਅਤੇ ਮੈਂ ਮਹਾਰਾਜ ਕੋਈ ਕਿਰਿਆ ਕਰਮ ਕਰਿਆ ਵਾਂ, ਆਪ ਜੀ ਇੱਥੇ ਸਜੋ। ਉਹ ਜੰਗਲ 'ਚ ਬਦਮਾਸ਼ ਡਾਕੂ ਬਹਾਲੇ ਹੋਏ ਸੀ, ਕਿ ਉਵੇਂ ਤਾਂ ਜੰਗ ਲੜ ਦੇਖ ਲਿਆ, ਜਿੱਤੇ ਨਹੀਂ ਜਾਂਦੇ। ਇੱਕਦਮ ਗੋਲੀਆਂ ਦੀ ਵਿਛਾੜ ਕਰ ਦੇਣੀ, ਅਤੇ ਫਿਰ ਮਹਾਰਾਜ ਨੂੰ ਉੱਥੇ ਹੀ ਮਤਲਬ ਹਾਂਜੀ, ਜੋ ਇਹਨਾਂ ਦੀ ਭੈੜੀ ਭਾਵਨਾ ਸੀ, ਉਹ ਬਦਮਾਸ਼ਾਂ ਨੂੰ ਮਾਇਆ ਦਿੱਤੀ ਹੋਈ ਸੀ, ਉਹਨਾਂ ਨੇ ਇੱਕਦਮ ਗੋਲੀਆਂ ਦੀ ਵਿਛਾੜ ਕਰਤੀ। ਹੁਣ ਮਹਾਰਾਜ ਸਰੀਰ ਥੋੜ੍ਹੀ, ਮਹਾਰਾਜ ਦਾ ਜੋਤ ਸਰੂਪ ਸੀਗੇ, ਪ੍ਰਕਾਸ਼ ਰੂਪ ਸੀ, ਉੱਥੇ ਗੋਲੀ ਕਿੱਥੇ ਵੱਜਣੀ? ਅਤੇ ਉਹ ਸਾਰੇ ਹੀ ਗੋਲੀਆਂ ਉਹਨਾਂ ਨੇ ਮੁੱਕਣੀਆਂ। ਉਹ ਨਹੀਂ ਕਿ ਹੱਦ ਹੋ ਗਈ, ਕਮਾਲ ਦੀ ਗੱਲ। ਇਹ ਤਾਂ ਬੜੇ ਸ਼ਕਤੀ ਵਾਲੇ, ਸਾਤੋਂ ਐਡਾ ਪਾਪ ਕਰਾਉਂਦਾ ਪਾਪੀ। ਅਸੀਂ ਵੀ ਮਾਇਆ ਦੇ ਲਾਲਚ ਪਾਪੀ ਬਣਨ ਲੱਗੇ ਸੀ।
ਮਹਾਰਾਜ ਚਰਨ ਨੇ ਆਪਾਂ ਮਾਫੀ ਮੰਗੀ। ਮਹਾਰਾਜ ਕਹਿੰਦੇ ਤੁਹਾਡਾ ਕਸੂਰ ਨਹੀਂ, ਕਸੂਰਵਾਰ ਤਾਂ ਉਹ ਹੀ ਹੈ। ਉਹ ਹਾਲੇ ਵੀ ਗੋਲੀਆਂ ਦੇ ਨਿਸ਼ਾਨ ਲੱਗੇ ਆ ਸਿਰਾਂ 'ਚ, ਹਾਲੇ ਵੀ। ਕਹਿੰਦੇ ਲੈ ਦੇਖ ਲਿਆ ਇਹ ਵੀ ਚਾਲ ਆ ਕੇ। ਸੋ ਫਿਰ ਆ ਕੇ ਮਾਫੀਆਂ ਮੰਗੇ। ਨਹੀਂ ਜੇ ਐਂ ਝੂਠੇ ਕੋ ਹੁੰਦੀ ਹੈ। ਇਸ ਕਰਕੇ ਉਹ ਅਛਲ ਆ। ਲੋਕਾਂ ਨੇ ਛਲਣ ਵਾਸਤੇ ਬੜੇ ਢੰਗ ਹੇਰਾ ਫੇਰੀਆਂ ਕੀਤੀਆਂ, ਪਰ ਉਹ ਅਛਲ, ਉਹ ਨਹੀਂ ਛਲਿਆ ਜਾਂਦਾ ਹੈ। ਹਾਂਜੀ, ਅਛੇਦ ਅਛੇਦ ਮੈਨੇ ਉਹ ਕੱਟਿਆ ਵੱਢਿਆ ਵੀ ਨਹੀਂ ਜਾਂਦਾ ਹੈ। ਅਪਾਰ ਉਹਦਾ ਪਾਰਾਵਾਰ ਵੀ ਨਹੀਂ ਪਾਇਆ ਜਾਂਦਾ ਹੈ। ਪ੍ਰਭ ਉਹ ਪ੍ਰਭਤਾ ਦੇ ਸੰਯੁਕਤ ਹੈ। ਉੱਚਾ ਜਾ ਕਾ ਰੂਪ ਸਾਰਿਆਂ ਨੂੰ ਉੱਚਾ, ਉੱਚੇ ਰੂਪ ਸਰੂਪ ਦਾ ਮਾਲਕ ਹੈ। ਦੁਨੀਆ ਨੇ ਬੜੇ ਡਰਾਮੇਬਾਜ਼ੀਆਂ ਕਰਦੇ ਆ ਫੈਸ਼ਨਾਂ ਨਾਲ ਰੰਗ ਰੂਪ ਬਣਾਉਣ ਵਾਸਤੇ, ਪਰ ਮਹਾਰਾਜ ਦਾ ਜਿਹੜਾ ਸਰੂਪ ਹੈ ਉਹ ਤਾਂ ਬੜਾ ਅਲੌਕਿਕ ਹੈ ਨਾ। ਉਹ ਜਿਵੇਂ ਕਹਿੰਦੇ ਬੀਬੀਆਂ ਵਿਆਹ ਕੇ ਲਿਆਉਂਦੀਆਂ ਨਾ ਬੱਚੇ ਨੂੰ, ਉਹ ਫਿਰ ਅੱਗੇ ਰਿਵਾਜ ਹੁੰਦਾ ਸੀ ਬਹੂ ਤੋਂ ਘੁੰਡ ਚੁਕਾਉਣਾ, ਉਹ ਤੋਂ ਜੋਤ ਜਗਾਉਣੀ। ਉਹ ਕ੍ਰਿਸ਼ਨ ਮਹਾਰਾਜ ਉਹ ਜਿਹੜੇ ਲਿਆਏ ਵਿਆਹ ਕੇ, ਅਤੇ ਉਹਨਾਂ ਦੇ ਘਰਦਿਆਂ ਨੇ ਇਸ ਤਰ੍ਹਾਂ ਉਹ ਕ੍ਰਿਸ਼ਨ ਮਹਾਰਾਜ ਉੱਤੇ ਬੈਠੇ ਬਨੇਰੇ ਜਾਏ ਤੇ ਉਹ ਬੀਬੀ ਨੂੰ ਸੀ ਨਾ ਪੇ ਮੇਰਾ ਸਰੂਪ ਇਸ ਤਰ੍ਹਾਂ। ਉਹ ਜਿਹੜੇ ਦੀਵਾ ਬਾਲਣ ਲੱਗੀ, ਕ੍ਰਿਸ਼ਨ ਮਹਾਰਾਜ ਨੇ ਕਿਹਾ ਝਾਤ, ਉਹਦੇ ਹੱਥ ਨੂੰ ਸੇਕ ਲੱਗਿਆ। ਉਹ ਜਿਹੜੇ ਮਹਾਰਾਜ ਦਾ ਸਰੂਪ ਦੇਖਿਆ, ਬਸ ਅੱਖਾਂ ਅੱਡੀਆਂ ਹੀ ਰਹਿ ਗਈਆਂ। ਉੱਥੇ ਗੁਰੂ ਗ੍ਰੰਥ ਸਾਹਿਬ ਨਾ ਤੇਰਾ ਰੂਪ ਸਗਲੀ ਮੋਹੀ, ਕਿਉਂਕਿ ਮਹਾਰਾਜ ਦੇ ਨਾਲ ਸੁੰਦਰ ਕਿਵੇਂ ਕੋਈ ਬਣ ਸਕਦਾ। ਸਿਆਮ ਸੁੰਦਰ ਤਜ ਨੀਂਦ ਕਿਉਂ ਆਈ, ਮਾਹਾ ਮੋਹਨੀ ਦੂਤਾਂ ਲਾਈ, ਪ੍ਰੇਮ ਵਿਛੋਹਾ ਕਰਤ ਕਸਾਈ, ਤੇਰੀ ਚਾਲ ਸੁਹਾਵੀ ਮਧਰਾੜੀ ਬਾਣੀ, ਪੋਪਨ ਕੋਕਲਾ ਤਰਲ ਜਵਾਣੀ। ਉਹਦੇ ਬਰਾਬਰ ਕੌਣ ਹੋ ਸਕਦਾ? ਉਹਦੇ ਵਰਗਾ ਤਾਂ ਉਹੀ ਹੈ ਨਾ, ਕਲਗੀਆਂ ਵਾਲੇ ਪਾਤਸ਼ਾਹ। ਐਸਾ ਉਹਨਾਂ ਦਾ ਸਰੂਪ। ਸੋ ਜਿਨ੍ਹਾਂ ਭਾਗਿਆਂ ਵਾਲਿਆਂ ਨੂੰ ਦਰਸ਼ਨ ਹੁੰਦੇ ਆ, ਧੰਨ ਧੰਨ ਬਾਬਾ ਅਤਰ ਸਿੰਘ ਜੀ ਮਹਾਰਾਜ ਜੀ ਨੂੰ ਬਾਕੀ ਹੁਣ ਕਿਹਾ ਮਹਾਰਾਜ ਆਪ ਬ੍ਰਹਮ ਗਿਆਨੀ ਆ, ਤੁਹਾਨੂੰ ਤਾਂ ਮਹਾਰਾਜ ਦਰਸ਼ਨ ਹੁੰਦੇ ਹੀ ਰਹਿੰਦੇ ਆ, ਆਪ ਕਿਰਪਾ ਕਰ ਦਿਓ। ਸਿੰਘ ਵੀ ਭਜਨ ਬਾਣੀ ਵਾਲਾ ਸੀ, ਜਿਹਨੇ ਬੇਨਤੀ ਕੀਤੀ। ਇਹੋ ਜਿਹੀ ਬੇਨਤੀ ਵੀ ਕਮਾਈ ਵਾਲਾ ਹੀ ਕਰਦਾ ਹੁੰਦਾ, ਦੂਏ ਨੇ ਕੀ ਕਰਨੀ ਹੈ ਸ਼ਰਾਬੀ ਕਬਾਬੀ ਨੇ। ਅਤੇ ਬਾਬਾ ਜੀ ਨੇ ਨਾ ਐਂ ਦੋਹਾਂ ਹੱਥਾਂ ਨਾਲ ਉਹਦੇ ਗਲ 'ਚ ਗੱਲ ਬੱਕੜੀ ਪਾ ਕੇ ਨੇਤਰਾਂ 'ਚ ਨੇਤਰ ਮਿਲਾਏ। ਕਹਿਣ ਲੱਗੇ ਸਿੰਘਾ ਮੇਰਾ ਗੁਰੂ ਗੋਬਿੰਦ ਸਿੰਘ ਤੇਰੇ ਵਰਗਾ ਸੀ, ਤੂੰ ਕਹਿ ਜੂਗਾ ਖਾਲਸਾ ਮੇਰਾ ਰੂਪ ਹੈ ਖਾਸ, ਖਾਲਸੇ ਮੈਂ ਹੋ ਕਰੋ ਨਿਵਾਸ, ਖਾਲਸਾ ਮੇਰੋ ਸੱਜਣ ਸੂਰਾ, ਖਾਲਸਾ ਮੇਰੋ ਸਤਿਗੁਰ ਪੂਰਾ। ਪਰ ਖਾਲਸੇ ਬਣ ਜਾਈਏ। ਹੁਣ ਤਾਂ ਸਾਨੂੰ ਬਹੁਤ ਤਕਲੀਫ ਹੈ ਕੇਸ ਦਾੜੀ ਤੋਂ। ਸੋਚਾਂਗੇ ਜੀ ਕਿ ਜਦੋਂ ਖੋਦੇ ਹੋਂ ਫਿਰ ਤਾਂ ਸੋਚੋ ਕਿ ਦਵਾਈ ਦੂਈ ਲਾਮੋ ਜੰਪਣ। ਇਹ ਤਾਂ ਦਾਤ ਦਿੱਤੀ ਹੋਈ, ਇਹਦੇ ਲਈ ਕੱਲ੍ਹ ਸੋਚਣਾ, ਇਹਦੀ ਸੇਵਾ ਸੰਭਾਲ। ਪਰ ਅੱਜ ਬੱਚਿਆਂ 'ਚ ਵੀ ਇਹ ਬਿਮਾਰੀ ਬੜੀ ਤੀਬਰਤਾ ਦੇ ਨਾਲ ਵੱਧ ਚੁੱਕੀ ਆ ਸਾਡੇ ਸਮਾਜ ਦੇ ਵਿੱਚ। ਅੱਜ ਸਿੱਖਾਂ ਦੇ ਬੱਚੇ ਬੱਚੀਆਂ ਸਿੱਖ ਹੋਣਾ ਪਸੰਦ ਨਹੀਂ ਕਰ ਰਹੇ। ਇਹ ਫੈਸ਼ਨਾਂ ਦਾ, ਨਸ਼ਿਆਂ ਦਾ ਐਸਾ ਪ੍ਰਭਾਵ ਬਣਿਆ ਹੋਇਆ। ਅੱਜ ਜਿਹੜੇ ਵੀ ਕਾਇਮ ਆ ਉਹਨਾਂ ਦਾ ਧੰਨਵਾਦ ਆ, ਜਿਨ੍ਹਾਂ 'ਚ ਕੋਈ ਕਚਿਆਈ ਹੈ ਉਹ ਮਹਾਰਾਜ ਦੇ ਬੇਬੇ ਜੀ ਦੇ ਅਵਤਾਰ ਪੁਰਬ 'ਤੇ ਪ੍ਰਤੱਗਿਆ ਕਰੋ ਕਿ ਗਾਂਹ ਅਸੀਂ ਐਸਾ ਨਹੀਂ ਕਰਾਂਗੇ। ਗੁਰੂ ਮਹਾਰਾਜ ਸਿਧਾਂਤ ਚੱਲ ਕੇ ਮਹਾਰਾਜ ਸੱਚੇ ਪਾਤਸ਼ਾਹ ਖੁਸ਼ੀਆਂ ਲਵਾਂਗੇ। ਉਹਦਾ ਐਸਾ ਸਰੂਪ ਹੈ, ਉੱਚਾ ਜਾ ਕਾ ਰੂਪ। ਉਹਦਾ ਜਿਹੜਾ ਸਰੂਪ ਉਹ ਸਾਰਿਆਂ ਨੂੰ ਉੱਚਾ ਵੀ ਹੈ ਤੇ ਸੁੱਚਾ ਵੀ ਹੈ। ਜਪ ਜਪ ਕਰੇ ਆਨੰਦ ਜਨ। ਜਿਹੜੇ ਜਨ ਹਨ ਉਹ ਮਨ ਕਰਕੇ, ਬਾਣੀ ਕਰਕੇ, ਸਰੀਰ ਕਰਕੇ ਉਹਦਾ ਬਖਸ਼ਿਆ ਹੋਇਆ ਪੰਜਾਂ ਪਿਆਰਿਆਂ ਦਾ ਜੋ ਨਾਮ ਆ, ਜਪ ਕੇ ਅਭਿਆਸ ਕਰਕੇ ਆਤਮਿਕ ਆਨੰਦ ਨੂੰ ਪ੍ਰਾਪਤ ਕਰਦੇ ਹਨ। ਅਚਰਜ ਅਨੂਪ। ਫਿਰ ਉਹਨਾਂ ਨੂੰ ਬੜਾ ਅਸਚਰਜ ਅਨੂਪ, ਜਿਹਦੇ ਬਰਾਬਰ ਉਪਮਾ ਨਹੀਂ, ਐਸਾ ਆਨੰਦ ਪ੍ਰਾਪਤ ਹੋ ਜਾਂਦਾ ਹੈ। ਸਾ ਮਤ ਦੇਹੋ ਦਇਆਲ ਪ੍ਰਭ। ਇਹ ਦਿਆਲੂ ਪ੍ਰਭੂ ਕਿਰਪਾ ਕਰਕੇ ਅਸੀਂ ਕਲਯੁਗੀ ਜੀਵਿਆਂ ਕੁਸੰਗ 'ਚ ਪੈ ਕੇ ਭੁੱਲਾਂ ਕਰਦੇ ਆ ਰਹੇ ਹਾਂ। ਆਪ ਦਿਆਲੂ ਹੋ, ਮਿਹਰ ਕਰਕੇ ਸਾਨੂੰ ਉਹ ਮਤ ਦਿਓ ਜਿਹਦੇ ਨਾਲ ਅਸੀਂ ਤੇਰੀ ਗੁਰਸਿੱਖੀ ਨੂੰ ਧਾਰਨ ਕਰ ਲਈਏ। ਜਿਤ ਤੁਮਹਿ ਅਰਾਧਾ। ਜਿਹੜੇ ਢੰਗ ਦੇ ਨਾਲ ਅਸੀਂ ਸੰਗਤ ਤੋਂ ਸੋਝੀ ਲੈ ਕੇ ਆਪ ਜੀ ਦੇ ਪਵਿੱਤਰ ਨਾਮ ਦੀ ਅਰਾਧਨਾ ਕਰਦੇ ਰਹੀਏ। ਨਾਨਕ ਮੰਗੈ ਦਾਨ ਪ੍ਰਭ। ਧੰਨ ਸ਼੍ਰੀ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਸਤਿਗੁਰੂ ਸ਼੍ਰੀ ਗੁਰੂ ਨਾਨਕ ਸਾਹਿਬ ਦੀ ਬਾਣੀ ਦਾ ਸਿਧਾਂਤ ਦੱਸਦੇ ਹੋਏ ਕਿਰਪਾ ਕਰਦੇ ਹਨ। ਹੇ ਸਤਿਗੁਰੂ, ਅਸੀਂ ਆਪ ਜੀ ਦੇ ਚਰਨਾਂ 'ਚੋਂ
ਨਾਮ ਦਾ ਦਾਨ ਮੰਗਦੇ ਹਾਂ। ਰੀਨ ਪਗ ਸਾਦਾ ਜਿਹੜੇ ਨਾਮ ਜਪਣ ਵਾਲੇ ਸਾਧੂ ਸੰਤ ਮਹਾਂਪੁਰਖ ਆ, ਉਹਨਾਂ ਦੇ ਚਰਨਾਂ ਦੀ ਧੂੜੀ ਮੰਗਦੇ ਹਾਂ। ਉਹਨਾਂ ਤੋਂ ਸਿੱਖਿਆ ਰੂਪੀ ਧੂੜੀ, ਇੱਕ ਤਾਂ ਦੂਜੀ ਧੂੜ ਹੈ, ਇੱਕ ਉਹਨਾਂ ਦੀ ਸਿੱਖਿਆ ਜਿਹੜੀ ਹੈ, ਸਿੱਖਿਆ ਧਾਰਨ ਵਾਲਾ ਸਿੱਖ ਬਣਦਾ ਨਾ। ਅਤੇ ਜਦੋਂ ਉਹਨਾਂ ਦੀ ਸਿੱਖਿਆ ਧਾਰਨ ਕਰ ਲਾਂਗੇ, ਸਿੱਖ ਬਣ ਜਾਵਾਂਗੇ, ਅਤੇ ਜਦੋਂ ਉਹਦੇ ਗੁਰਸਿੱਖ ਬਣ ਗਏ, ਮਨ ਦੀ ਮੈਲ ਸਾਰੀ ਦੂਰ ਹੋ ਜਾਣੀ ਹੈ, ਮਹਾਰਾਜ ਦੀ ਕਿਰਪਾ ਹੋ ਜਾਂਦੀ ਹੈ। ਇਹ ਸਤਸੰਗੀਓ, ਧੰਨ ਧੰਨ ਬੇਬੇ ਨਾਨਕੀ ਜੀ ਦੇ ਅਵਤਾਰਪੁਰ ਦੀ ਆਪ ਜੀ ਨੂੰ ਬਹੁਤ ਬਹੁਤ ਵਧਾਈ। ਅਤੇ ਉਹਨਾਂ ਨੇ ਆਪੇ ਹੀ ਬਖਸ਼ਿਸ਼ ਕੀਤੀ ਹੈ, ਕਿਰਪਾ ਕੀਤੀ ਹੈ ਕਿ ਸਾਲਾਨਾ ਹਰ ਸਾਲ ਦੀ ਤਰ੍ਹਾਂ ਬੇਬੇ ਜੀ ਦਾ ਸਦੀਆਂ ਬੀਤ ਗਈਆਂ, ਇਹ ਪਵਿੱਤਰ ਅਵਤਾਰ ਪੁਰਬ ਜਿਹੜਾ ਹੈ, ਇਸ ਪਵਿੱਤਰ ਅਸਥਾਨ 'ਤੇ ਸਵਰਗੀਏ ਬੀਬੀ ਬਲਵੰਤ ਕੌਰ ਜੀ, ਉਹਨਾਂ ਦੇ ਟਰਸਟੀ ਔਰ ਸਰਦਾਰ ਗੁਰਦਿਆਲ ਸਿੰਘ ਜੀ ਮੈਨੇਜਰ ਸਾਹਿਬ, ਔਰ ਨਗਰ ਦੀਆਂ ਦੇਸ਼ ਪ੍ਰਦੇਸ਼ ਦੀਆਂ ਸਾਰੀਆਂ ਸੰਗਤਾਂ ਨੇ, ਔਰ ਗ੍ਰੰਥੀ ਸਿੰਘ, ਰਾਗੀ ਸਿੰਘ, ਔਰ ਇਸ ਸਥਾਨ ਦੇ ਜਿੰਨੇ ਵੀ ਸੇਵਾਦਾਰ, ਔਰ ਸਮੁੱਚੇ ਰੂਪ ਵਿੱਚ ਸਾਰਿਆਂ ਦਾ ਧੰਨਵਾਦ ਹੈ ਕਿ ਆਪ ਜੀ ਨੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦਾ, ਬੇਬੇ ਨਾਨਕੀ ਜੀ ਦਾ, ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦਾ ਓਟ ਆਸਰਾ ਲੈਂਦਿਆਂ ਹੋਇਆਂ ਇਹ ਬੇਬੇ ਜੀ ਦਾ ਅਵਤਾਰ ਪੁਰਬ, ਅਵਤਾਰ ਉਤਸਵ ਬੜੀ ਧੂਮ-ਧਾਮ ਦੇ ਨਾਲ ਮਨਾਇਆ ਹੈ, ਮਨਾਇਆ ਜਾ ਰਿਹਾ ਹੈ। ਕੱਲ੍ਹ ਨਗਰ ਕੀਰਤਨ ਸੀ, ਮਹਾਰਾਜ ਨੇ ਬੜੀ ਮਿਹਰ ਬਖਸ਼ਿਸ਼ ਕੀਤੀ, ਔਰ ਰਾਤ ਵੀ ਦੀਵਾਨ ਬੇਅੰਤ ਸਮਾਂ, ਪਹਿਲੇ ਦਿਨਾਂ 'ਚ ਵੀ ਮਹਾਰਾਜ ਕਿਰਪਾ ਕਰਦੇ ਰਹੇ। ਅੰਮ੍ਰਿਤ ਸੰਚਾਰ ਵੀ ਸਾਰੇ, ਔਰ ਸੰਗਤ ਪੰਗਤ ਲੰਗਰ ਦਾ ਸਾਰੀ ਤਰ੍ਹਾਂ ਜਿੰਨੀਆਂ ਵੀ ਸੰਸਥਾ ਚੜ੍ਹਦੀ ਕਲਾ ਸੇਵਾ ਚਲਾ ਰਹੀ ਹੈ। ਸੋ ਅੱਜ ਮਹਾਰਾਜ ਨੇ ਪ੍ਰੇਮੀਆਂ ਵੱਲੋਂ ਜਿਹੜੇ ਪਾਠ ਰੱਖੇ ਸੀ, ਉਹਨਾਂ ਦੀ ਕਿਰਪਾ ਨਾਲ ਭੋਗ ਪਏ ਹੈ, ਔਰ ਸਾਰਿਆਂ ਦੀਆਂ ਕਾਮਨਾ ਦੀ ਪੂਰਤੀ ਲਈ ਅਰਦਾਸ ਬੇਨਤੀ ਵੀ ਹੋਈ ਹੈ ਕਿ ਗੁਰੂ ਮਹਾਰਾਜ ਨੇ ਜੋ ਪਵਿੱਤਰ ਸ਼੍ਰੀ ਮੁਖ ਵਾਕ ਬਖਸ਼ੇ, ਉਹ ਵਿਚਾਰ ਆਪ ਜੀ ਨੇ ਬੜੇ ਪਿਆਰ ਨਾਲ ਸਰਵਣ ਕੀਤੀ ਹੈ। ਸੋ ਮੈਨੇਜਰ ਸਾਹਿਬ ਸਰਦਾਰ ਗੁਰਦਿਆਲ ਸਿੰਘ ਜੀ, ਇੱਥੋਂ ਦੇ ਹੈੱਡ ਗ੍ਰੰਥੀ ਰਾਗੀ ਸਿੰਘ, ਸਾਰੀਆਂ ਸੰਗਤਾਂ ਦੇਸ਼ ਪ੍ਰਦੇਸ਼ ਦੀਆਂ ਦਾ, ਸਹਿਯੋਗ ਵਾਲੀ ਸਾਰੀ ਸੰਗਤ ਦਾ ਸਮੁੱਚੇ ਰੂਪ 'ਚ ਹੀ ਬਹੁਤ ਬਹੁਤ ਧੰਨਵਾਦ ਹੈ। ਗੁਰੂ ਮਹਾਰਾਜ ਕਿਰਪਾ ਕਰਨ, ਜਿਸ ਤਰ੍ਹਾਂ ਇਸ ਸਾਲ ਆਉਣ ਵਾਲੇ ਸਮਿਆਂ 'ਚ ਵੀ ਆਪਾਂ ਇਸੇ ਤਰ੍ਹਾਂ ਚੜ੍ਹਦੀ ਕਲਾ ਦੇ ਨਾਲ ਬੇਬੇ ਜੀ ਦੀ, ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੀ ਆਸ਼ੀਰਵਾਦ ਲੈਣ ਲਈ ਇਹ ਸਮਾਗਮ ਕਰਦੇ ਕਰਾਉਂਦੇ ਰਹੀਏ। ਸੋ ਮਹਾਰਾਜ ਮਿਹਰ ਕਰਨ। ਹੁਣ ਖੁੱਲ੍ਹੇ ਪੰਡਾਲਾਂ 'ਚ ਦੀਵਾਨ ਸਜਾਏ ਜਾਣੇ ਆ, ਬੇਅੰਤ ਰਾਗੀ ਢਾਡੀ ਪ੍ਰਚਾਰਕ ਜਾਂ ਜਿਨ੍ਹਾਂ ਦੀ ਸ਼ਰਧਾ ਜਾਂ ਜਿਨ੍ਹਾਂ ਨੂੰ ਬੁਲਾਇਆ ਗਿਆ, ਉਹਨੀ ਸੇਵਾ ਨਿਭਾਉਣੀ ਹੈ। ਅਤੇ ਅਖੀਰ ਵਿੱਚ ਸਰਦਾਰ ਗੁਰਦਿਆਲ ਸਿੰਘ ਜੀ ਮੈਨੇਜਰ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ ਹੈ ਕਿ ਉਹਨਾਂ ਨੇ ਬੜਾ ਉਦਮ ਕੀਤਾ, ਪੁਰਸ਼ਾਰਥ ਕੀਤਾ। ਹੁਣ ਸਰੀਰ ਉਮਰ ਦਾ ਕੋਈ ਪ੍ਰਭਾਵ ਹੋ ਜਾਂਦਾ। ਪਰਸੋਂ ਗਏ ਸੀ ਕਿ ਥੋੜ੍ਹਾ ਦਿਲ ਦੀ ਧੜਕਣ ਵਧੀ ਹੈ, ਅਤੇ ਕਿਉਂਕਿ ਜ਼ਿਆਦਾ ਭੱਜ ਨੱਠ ਨਾ ਪਿਆ, ਅਸਰ ਤਾਂ ਪੈਂਦਾ ਹੀ ਹੈ, ਪਰ ਫਿਰ ਵੀ ਉਹਨੇ ਕੋਈ ਪਰਵਾਹ ਨਹੀਂ ਕੀਤੀ, ਬੜੀ ਲਗਨ ਦੇ ਨਾਲ, ਉਦਮ ਦੇ ਨਾਲ। ਅਤੇ ਗੋਡਿਆਂ ਵਿੱਚ ਵੀ ਥੋੜ੍ਹਾ ਪ੍ਰੋਬਲਮ ਕਈ ਵਾਰੀ ਹੋ ਜਾਂਦੀ ਹੈ, ਫਿਰ ਵੀ ਜਿਹੜਾ ਭਰੋਸਾ ਜਾਂ ਸ਼ਰਧਾ ਭਗਤੀ ਹੈ, ਅਸਥਾਨ ਦੇ ਨਾਲ ਪ੍ਰੀਤੀ ਹੈ, ਉਹਦੇ ਕਰਕੇ ਫਿਰ ਇਹ ਮਹਾਰਾਜ ਨੇ ਬੜੀ ਬਖਸ਼ਿਸ਼ ਕੀਤੀ। ਹਾਂਜੀ, ਅਤੇ ਸਿੰਘ ਸਾਹਿਬ ਗਿਆਨੀ ਰਾਮ ਸਿੰਘ ਜੀ ਦਮਦਮੀ ਟਕਸਾਲ ਵਾਲੇ ਮਹਾਂਪੁਰਸ਼ਾਂ ਨੇ, ਉਹਨੇ ਵੀ ਤਸ਼ਰੀਫ ਲਿਆਉਣੀ ਹੈ, ਬਾਕੀ ਵੀ। ਸੋ ਸਾਰੀਆਂ ਸੰਗਤਾਂ ਦਾ ਸਮੁੱਚੇ ਰੂਪ 'ਚ ਮੈਨੇਜਰ ਸਾਹਿਬ ਜੀ ਦਾ, ਗਿਆਨੀ ਜੀ ਦਾ ਬਹੁਤ ਧੰਨਵਾਦ ਹੈ। ਗੁਰੂ ਮਹਾਰਾਜ ਕਿਰਪਾ ਕਰਨ। ਇਸੇ ਤਰ੍ਹਾਂ ਸਾਰਾ ਸਮਾਗਮ ਜਿੰਨਾ ਬਾਕੀ ਰਹਿੰਦਾ, ਉਹ ਵੀ ਮਹਾਰਾਜ ਕਿਰਪਾ ਕਰਕੇ ਜਿਵੇਂ ਅੱਗੇ ਚੜ੍ਹਦੀ ਕਲਾ ਵਿੱਚ ਸੰਪੂਰਨ ਕਰਨ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਆਈ ਸੰਗਤ ਨੂੰ ਜੀ ਆਇਆਂ, ਔਰ ਮਹਾਰਾਜ ਕਿਰਪਾ ਕਰਕੇ ਸਭ ਨੂੰ ਨਾਮਦਾਨ, ਸਿੱਖੀਦਾਨ, ਭਰੋਸਾ, ਤੰਦਰੁਸਤੀ ਬਖਸ਼ੀ ਕਰਨ। ਸੇਵਾਦਾਰਾਂ ਦਾ ਵੀ
ਧੰਨਵਾਦ ਹੈ। ਔਰ ਪੰਥ ਵਿੱਚ ਏਕਤਾ, ਇਤਫਾਕ, ਪਿਆਰ, ਚੜ੍ਹਦੀ ਕਲਾ ਬਖਸ਼ਿਸ਼ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਥ ਦੇ ਮਾਇਨਾਜ ਹਸਤੀ ਸੰਤ ਸਤਿਕਾਰਯੋਗ ਸੰਤ ਬਾਬਾ ਜਗਜੀਤ ਸਿੰਘ ਜੀ ਹਰਖੋਵਾਲ ਵਾਲੇ ਮਹਾਂਪੁਰਸ਼ ਆਏ ਹੋਏ ਹੁਕਮਨਾਮੇ ਦੀ ਕਥਾ ਸ਼ਰਵਣ ਕਰਵਾ ਰਹੇ ਸਨ। ਗੁਰਦੁਆਰਾ ਬੇਬੇ ਨਾਨਕੀ ਦੀ ਮੈਨੇਜਮੈਂਟ ਵੱਲੋਂ ਮਹਾਂਪੁਰਸ਼ਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਜਾਂਦਾ ਹੈ। ਜੋ ਅਗਲਾ ਪ੍ਰੋਗਰਾਮ ਹੈ, ਮੇਰੇ ਵੀਰ ਭਾਈ ਸਾਹਿਬ ਭਾਈ ਜਤਿੰਦਰਪਾਲ ਸਿੰਘ ਜੀ ਸਟੇਜ ਸੈਕਟਰੀ ਆਪ ਸੰਗਤਾਂ ਦੇ ਸਨਮੁਖ ਰੱਖਣਗੇ। ਬੁਲਾਓ ਫਤਿਹ ਆਖੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।